प्यारे बच्चों, आज ਅਸੀਂ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ ਡਿਪਾਰਟਮੈਂਟ ਆਫ ਐਨ ਆਫਿਸ। ਬਹੁਤ ਸਾਰੇ ਡਿਪਾਰਟਮੈਂਟਸ ਹੁੰਦੇ ਨੇ ਪਿਆਰੇ ਬੱਚਿਓ ਇੱਕ ਆਫਿਸ ਵਿੱਚ। ਉਹ ਕਿਉਂ ਹੁੰਦੇ ਨੇ ਤੇ ਉਹਨਾਂ ਦੇ ਕੀ ਕਾਰਨ ਹੈਗੇ ਨੇ, ਉਹਨਾਂ ਦੀਆਂ ਕੀ ਉਪਲਬਧੀਆਂ ਨੇ ਤੇ ਕੀ ਉਹਨਾਂ ਦੇ ਸਾਨੂੰ ਨੁਕਸਾਨ ਵੀ ਨੇ। ਇਹ ਸਾਰਾ ਕੁਝ ਆਪਾਂ ਪੜ੍ਹਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਚੈਪਟਰ 'ਚ, ਕਿਉਂਕਿ ਹਰ ਬੱਚੇ ਨੂੰ ਪਤਾ ਹੋਣਾ ਚਾਹੀਦਾ ਜਦੋਂ ਇੱਕ ਆਫਿਸ ਜਾ ਰਿਹਾ ਤੇ ਆਫਿਸ ਕੋਈ ਇੱਕ ਚੀਜ਼ ਨਹੀਂ ਹੈਗੀ, ਉਹ ਕੀ ਹੈਗਾ ਆ, ਉਹ ਡਿਪਾਰਟਮੈਂਟਸ ਦਾ ਕਲੈਕਸ਼ਨ ਹੈਗਾ ਆ। ਬਹੁਤ ਸਾਰੇ ਡਿਪਾਰਟਮੈਂਟ ਹੋਣਗੇ, ਤੁਸੀਂ ਹੋ ਸਕਦਾ ਕਿਸੇ ਇੱਕ ਪਾਰਟਿਕੂਲਰ ਡਿਪਾਰਟਮੈਂਟ ਵਿੱਚ ਕੰਮ ਕਰ ਰਹੇ ਹੋਗੇ, ਤੁਹਾਨੂੰ ਜਿਹੜਾ ਕੰਮ ਦਿੱਤਾ ਜਾਏਗਾ ਉਹ ਕਿਸੇ ਇੱਕ ਪਾਰਟਿਕੂਲਰ ਡਿਪਾਰਟਮੈਂਟ ਦਾ ਹੋ ਸਕਦਾ ਹੈਗਾ। ਇਸ ਕਰਕੇ ਇਸ ਚੀਜ਼ ਨੂੰ ਸਮਝਣ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਇਹਦਾ ਮਹੱਤਵ ਸਮਝੀਏ, ਇਹਦਾ ਕਾਰਨ ਸਮਝੀਏ, ਇਹਦੀਆਂ ਸੁਵਿਧਾਵਾਂ ਸਮਝੀਏ ਤੇ ਇਹਦੇ ਆਉਣ ਵਾਲੀਆਂ ਮੁਸ਼ਕਲਾਂ ਸਮਝੀਏ। ਅਗਰ ਆ ਸਭ ਕੁਝ ਸਮਝਣ 'ਚ ਅਸੀਂ ਕਾਮਯਾਬ ਹੋ ਜਾਵਾਂਗੇ ਤੇ ਫਿਰ ਆਪਾਂ ਨੂੰ ਇਹ ਸਮਝ ਆ ਜਾਣਗੇ ਕਿ ਡਿਪਾਰਟਮੈਂਟਸ ਕੀ ਹੁੰਦੇ ਨੇ ਤੇ ਇਹਨਾਂ ਦਾ ਮੁੱਖ ਰੋਲ ਕੀ ਹੈਗਾ। ਬੱਚੇ, ਡਿਪਾਰਟਮੈਂਟੇਸ਼ਨ ਰੈਫਰ ਟੂ ਦ ਪ੍ਰੋਸੈਸ ਆਫ ਗਰੁੱਪਿੰਗ ਟਾਸਕ, activities and employees into departments within an organization। एक organization हैगी आ, ਉਹਦੇ ਵਿੱਚ ਅਸੀਂ ਗਰੁੱਪਿੰਗ ਕਰਨੀ ਸੀ ਕਿਹਦੇ ਮੁਤਾਬਿਕ, ਟਾਸਕ ਦੇ, ਐਕਟੀਵਿਟੀਜ਼ ਦੇ ਤੇ EMPLOYEES ਨੂੰ ਉਹਨਾਂ ਨੂੰ ਵੰਡਣਾ ਸੀ ਕਿਹਦੇ ਵਿੱਚ, ਡਿਪਾਰਟਮੈਂਟਸ ਵਿੱਚ। ਇਹਨੂੰ ਫਿਰ ਡਿਪਾਰਟਮੈਂਟਾਈਜੇਸ਼ਨ ਕਹਿੰਦੇ ਹੈਗੇ ਆ ਕਿ ਅਸੀਂ ਆਫਿਸ ਨੂੰ ਡਿਪਾਰਟਮੈਂਟ ਵਿੱਚ ਵੰਡ ਦਿੱਤਾ ਹੈਗਾ। This is an important aspect of organizing and managing a business as it allows for the division of labor and specialization of tasks, improving overall efficiency and productivity। ਹੁਣ ਕਾਰਨ ਕੀ ਹੈ ਬੱਚੇ, ਕਿਉਂ ਕਰਨਾ ਹੈਗਾ ਆਪਾਂ ਡਿਵੀਜ਼ਨ? ਕਿਉਂਕਿ ਇੱਕ ਤਾਂ ਪਹਿਲੀ ਗੱਲ ਬਹੁਤ ਇੰਪੋਰਟੈਂਟ ਟਾਸਕ ਹੈਗਾ ਆ, ਤੇ ਜਿਹੜਾ ਬਿਜ਼ਨਸ ਨੂੰ ਆਪਾਂ ਮੈਨੇਜ ਕਰਨਾ ਹੈਗਾ, ਕਿਸ ਤਰ੍ਹਾਂ ਮੈਨੇਜ ਕਰਾਂਗੇ? ਡਿਵੀਜ਼ਨ ਆਫ ਲੇਬਰ ਕਰਕੇ। ਜਿੰਨੀ ਸਾਡੇ ਕੋਲ ਲੇਬਰ ਆ, ਕਿਹੜਾ ਵਿਅਕਤੀ, ਕਿਹੜਾ EMPLOYE ਕਿਸ ਜਗ੍ਹਾ ਤੇ ਲੱਗੇਗਾ, ਉਹਦਾ ਕੀ ਕੰਮ ਹੋਏਗਾ, ਉਹ ਕਿਸ ਵਾਸਤੇ ਆਪਾਂ ਉਹਨੂੰ ਰੱਖਿਆ ਹੋਇਆ ਹੈ, ਇਹ ਸਭ ਕੁਝ ਕਿਸ ਤਰ੍ਹਾਂ ਡਿਫਾਈਨ ਹੁੰਦਾ ਹੈਗਾ? ਇਹ ਡਿਫਾਈਨ ਹੁੰਦਾ ਹੈਗਾ ਆ ਕਿ ਡਿਪਾਰਟਮੈਂਟ ਵਿੱਚ ਉਹਨੂੰ ਵੰਡ ਕੇ, ਕਿਉਂਕਿ ਅਸੀਂ ਡਿਵੀਜ਼ਨ ਕਰ ਲੈਂਦੇ ਨਾ ਕਿ ਇਹ ਕਲਰਕ ਨੇ ਜੀ, ਇਹ ਸਾਡੇ ਮੈਨੇਜਰ ਨੇ, ਇਹ ਪਾਰਟਿਕੂਲਰਲੀ ਕੋਈ ਲੇਬਰ ਦਾ ਵਰਕ ਕਰ ਰਹੇ ਹੋਣਗੇ, ਇਹ ਪਾਰਟਿਕੂਲਰਲੀ ਕੁਝ ਲਿਖਣ ਦਾ ਕੰਮ ਕਰ ਰਹੇ ਹੋਣਗੇ, ਇੱਕ ਪਾਰਟਿਕੂਲਰਲੀ ਕੋਈ ਟਾਈਪਿੰਗ ਦਾ ਕੰਮ ਕਰ ਰਹੇ ਹੋਣਗੇ, ਇੱਕ ਪਾਰਟਿਕੂਲਰਲੀ ਕੋਈ ਟ੍ਰੇਨਿੰਗ ਦਾ ਕੰਮ ਕਰ ਰਹੇ ਹੋਣਗੇ। ਤੇ ਅਸੀਂ ਜਿੰਨੀ ਮੌਜੂਦਾ ਲੇਬਰ ਹੈਗੀ ਆ ਉਹਨੂੰ ਵੰਡ ਲੈਣੇ ਹੈਗੇ ਆ, ਜਿੰਨੀ ਸਾਡੇ ਕੋਲ ਮੈਨ ਪਾਵਰ ਹੈਗੀ ਆ, ਜਿੰਨਾ ਹਿਊਮਨ ਰਿਸੋਰਸ ਹੈਗਾ ਆ, ਆਪਾਂ ਨੂੰ ਵੰਡ ਲੈਣੇ ਹੈਗੇ ਆ ਤੇ ਡਿਪਾਰਟਮੈਂਟ ਵਿੱਚ ਉਹਨਾਂ ਨੂੰ ਅਲਾਉ ਕਰ ਦਿੰਦੇ ਹੈਗੇ ਆ। ਹੁਣ ਕਿਉਂ ਕਰਦੇ ਆ? ਕਿਉਂਕਿ ਸਪੈਸ਼ਲਾਈਜੇਸ਼ਨ ਆਫ ਟਾਸਕ, ਹਰ ਇੱਕ ਬੰਦੇ ਦਾ ਆਪਣਾ ਇੱਕ ਟਾਸਕ ਹੈਗਾ ਕਿ ਇਹ ਪਾਰਟਿਕੂਲਰ ਵਿਅਕਤੀ ਇਹ ਕੰਮ ਕਰ ਲੈਂਦਾ ਹੈਗਾ, ਜੋ ਕੰਮ ਕਰ ਲੈਂਦਾ ਹੈਗਾ ਆ ਉਹਦਾ ਉਹਨੂੰ ਡਿਪਾਰਟਮੈਂਟ ਦਿੱਤਾ ਹੈਗਾ। ਤੁਸੀਂ ਵੇਖਦੇ ਹੋਗੇ ਕਿ ਅਲੱਗ-ਅਲੱਗ ਡਿਪਾਰਟਮੈਂਟਸ ਹੈਗੇ ਨੇ, ਉਹ ਡਿਪਾਰਟਮੈਂਟ ਵੰਡੇ ਗਏ ਨੇ ਡਿਵੀਜ਼ਨ ਆਫ ਲੇਬਰ ਨਾਲ, ਸਪੈਸ਼ਲਾਈਜੇਸ਼ਨ ਆਫ ਟਾਸਕ ਨਾਲ। ਤੇ ਕਿਉਂ ਵੰਡੇ ਗਏ ਨੇ, ਦਾ ਕਾਰਨ ਕੀ ਆ? ਬੱਚੇ, ਜਿਹੜੀ ਵੀ ਆਫਿਸ ਵਿੱਚ ਸਹੀ ਪ੍ਰਕਾਰ ਦੀ ਵੰਡ ਹੋ ਜਾਏਗੀ ਸਾਡੇ ਲੇਬਰ ਦੀ, ਸਾਡੇ ਕੰਮ ਦੀ, ਸਾਡੇ ਕੀਤਿਆਂ ਦੀ, ਤੇ ਫਿਰ ਕੀ ਹੋਏਗਾ? ਇੰਪਰੂਵਿੰਗ ਓਵਰਆਲ ਐਫੀਸ਼ੀਐਂਸੀ। ਉਸ ਆਫਿਸ ਦੀ, ਉਸ ਆਰਗੇਨਾਈਜੇਸ਼ਨ ਦੀ ਤੁਹਾਡੀ ਐਫੀਸ਼ੀਐਂਸੀ ਵੱਧ ਜਾਏਗੀ, ਪ੍ਰੋਡਕਟਿਵਿਟੀ ਵੱਧ ਜਾਏਗੀ, ਇੰਪਰੂਵ ਹੋ ਜਾਏਗੀ। ਤੇ ਇੰਪਰੂਵ ਕਰਨਾ ਹੀ ਸਾਡਾ ਇੱਕ ਮੇਨ ਮਕਸਦ ਹੁੰਦਾ। ਅਸੀਂ ਜਦੋਂ ਆਫਿਸ ਮੈਨੇਜਮੈਂਟ ਪ੍ਰੈਕਟਿਸ ਪੜਾਉਣੇ ਹੈਗੇ ਆ ਤੇ ਸਾਡੇ ਵਿੱਚ ਪੂਰਾ ਦਮਦਾਰ ਇਸ ਗੱਲ ਤੇ ਹੀ ਹੈਗਾ ਆ ਕਿ ਕਿਸ ਤਰ੍ਹਾਂ ਇੱਕ ਆਫਿਸ ਦੀ, ਇੱਕ ਆਰਗੇਨਾਈਜੇਸ਼ਨ ਦੀ ਆਪਾਂ ਪ੍ਰੋਡਕਟਿਵਿਟੀ ਤੇ ਐਫੀਸ਼ੀਐਂਸੀ ਨੂੰ ਵਧਾ ਸਕੀਏ। ਤਾਂ ਹੀ ਤੇ ਫਿਰ ਅਸੀਂ ਪੂਰੀ ਤਰ੍ਹਾਂ ਜਿੰਨੇ ਰਿਸੋਰਸਸ ਹੈਗੇ ਆ ਉਹਦਾ ਸਹੀ ਯੂਟਿਲਾਈਜੇਸ਼ਨ ਕਰ ਰਵਾਂਗੇ। ਆਪਟੀਮਲ ਯੂਟਿਲਾਈਜੇਸ਼ਨ ਆਫ ਰਿਸੋਰਸਸ ਆਪਾਂ ਪੜ੍ਹਦੇ ਆ ਨਾ, ਉਹ ਇੱਕ ਲਾਈਨ ਕਦੋਂ ਕਲੀਅਰ ਹੁੰਦੀ ਆ? ਜਦੋਂ ਕਿ ਆਪਾਂ ਇਸ ਤਰ੍ਹਾਂ ਦੇ ਟਾਸਕ ਕਰ ਰਹੇ ਹੁੰਦੇ ਆ। ਉਹਦੇ ਵਿੱਚ ਇੱਕ ਚੀਜ਼ ਹੈਗੀ ਆ ਡਿਪਾਰਟਮੈਂਟਾਈਜੇਸ਼ਨ, ਕਿ ਡਿਪਾਰਟਮੈਂਟਸ ਵਿੱਚ ਵੰਡ ਦੇਣਾ, ਅਲੱਗ-ਅਲੱਗ ਡਿਪਾਰਟਮੈਂਟਸ ਵਿੱਚ ਇੱਕ ਆਰਗੇਨਾਈਜੇਸ਼ਨ ਨੂੰ। ਜਦੋਂ ਬੱਚੇ ਇੱਕ ਆਰਗੇਨਾਈਜੇਸ਼ਨ ਬਹੁਤ ਵੱਡੀ ਹੋ ਜਾਂਦੀ ਆ, ਉਸ ਕੇਸ ਵਿੱਚ ਇਹ ਨਹੀਂ ਹੋ ਸਕਦਾ ਕਿ ਆਪਾਂ ਉਹਨੂੰ ਚਲਾ ਲਈਏ ਬਿਨਾਂ ਕਿਸੇ ਡਿਪਾਰਟਮੈਂਟ ਦੇ ਵੰਡੇ, ਤੇ ਇਹ ਪੋਸੀਬਲ ਹੀ ਨਹੀਂ ਹੈ। ਇਸ ਪੋਸੀਬਿਲਿਟੀ ਨੂੰ ਅਗਰ ਆਪਾਂ ਚਾਹੁੰਦੇ ਹਾਂ ਕਿ ਹੋ ਜਾਵੇ ਕਿਸੇ ਤਰੀਕੇ ਨਾਲ, ਆਪਾਂ ਉਹਨੂੰ ਵੰਡ ਦਈਏ, ਤੇ ਫਿਰ ਉਹਦਾ ਇੱਕੋ ਇੱਕ ਤਰੀਕਾ ਹੈਗਾ ਆ, ਉਹ ਹੈਗਾ ਆ ਕਿ ਆਪਾਂ ਵੇਖੀਏ ਕਿ ਸਾਨੂੰ ਕਿਸ ਤਰ੍ਹਾਂ ਦੇ ਸਾਡੇ ਕੋਲ ਮੈਨ ਪਾਵਰ ਅਵੇਲੇਬਲ ਆ, ਹਿਊਮਨ ਰਿਸੋਰਸ ਕਿਸ ਤਰ੍ਹਾਂ ਦਾ ਆ, ਉਹਨੂੰ ਡਿਵਾਈਡ ਕਰੀਏ। ਸਾਨੂੰ ਕਿਸ ਤਰ੍ਹਾਂ ਦੇ ਸਪੈਸ਼ਲਾਈਜੇਸ਼ਨ ਆਫ ਟਾਸਕ ਚਾਹੀਦੇ ਨੇ ਉਸ ਆਫਿਸ ਵਿੱਚ, ਉਸ ਆਰਗੇਨਾਈਜੇਸ਼ਨ ਵਿੱਚ, ਉਹਨੂੰ ਵੰਡੀਏ। ਦੇਖੋ, ਕਿਤੇ ਮਾਰਕੀਟਿੰਗ ਚੱਲ ਰਹੀ ਹੋਏਗੀ, ਕਿਤੇ ਸੇਲਸ ਹੋ ਰਹੀਆਂ ਨੇ, ਕਿਤੇ ਟ੍ਰੇਨਿੰਗਸ ਹੋ ਰਹੀਆਂ ਨੇ, ਤੇ ਅਲੱਗ-ਅਲੱਗ ਡਿਪਾਰਟਮੈਂਟਸ ਪੋਸੀਬਲ ਹੈ ਨਾ। ਇਹ ਤੇ ਨਹੀਂ ਹੋ ਸਕਦਾ ਕਿ ਇੱਕ ਹੀ ਜਗ੍ਹਾ ਤੇ ਇੱਕ ਹੀ ਵਿਅਕਤੀ ਸਭ ਕੁਝ ਕਰ ਰਿਹਾ ਹੋਏਗਾ।
ਅਗਰ ਇੱਕ ਆਰਗੇਨਾਈਜੇਸ਼ਨ ਵਿੱਚ ਆਪਾਂ 100 ਦਾ EMPLOYE ਦਾ ਸਟਾਫ ਰੱਖਿਆ ਹੋਇਆ ਹੈ, 100 ਬੰਦੇ ਨੇ ਅਲੱਗ-ਅਲੱਗ ਪ੍ਰਕਾਰ ਦੇ, ਤੇ ਉਹਨਾਂ ਦੀ ਵੰਡ ਵੀ ਤੇ ਕਰਨੀ ਆ ਨਾ। ਉਹ ਕੀ ਕੰਮ ਕਰਨਗੇ, ਕਦੋਂ ਕਰਨਗੇ, ਇਹ ਸਾਰਾ ਕੁਝ ਵੰਡਣ ਵਾਸਤੇ ਹੀ ਆਪਾਂ ਡਿਪਾਰਟਮੈਂਟ ਦਾ ਪ੍ਰੋਗਰਾਮ ਚਲਾਉਨੇ ਆ, ਉਹਨਾਂ ਦੀ ਵੰਡ ਬਣਾਉਨੇ ਆ ਤਾਂ ਕਿ ਵੰਡਿਆ ਜਾ ਸਕੇ ਆਰਗੇਨਾਈਜੇਸ਼ਨ ਨੂੰ ਆਪਣੇ ਸਪੈਸ਼ਲਾਈਜੇਸ਼ਨ ਆਫ ਟਾਸਕ ਦੇ ਮੁਤਾबिक। क्यों वंडिया जा सके, ताकि एफिशिएंसी ਨੂੰ ਇੰਪਰੂਵ ਕੀਤਾ ਜਾ ਸਕੇ। ਅਗਰ ਸਾਰੇ ਵਿਅਕਤੀ ਸਾਰਾ ਹੀ ਕੰਮ ਕਰਨਗੇ ਤੇ ਅਸਲ 'ਚ ਕੁਝ ਕੰਮ ਨਹੀਂ ਹੋਏਗਾ। ਹਰ ਇੱਕ ਬੰਦੇ ਨੂੰ ਸਪੈਸ਼ਲਾਈਜੇਸ਼ਨ ਹੋਣੀ ਚਾਹੀਦੀ ਆ। ਤਾਂ ਹੀ ਅਸੀਂ ਕਹਿੰਦੇ ਹੁੰਦੇ ਆ ਕਿ ਪਿਆਰੇ ਬੱਚਿਓ ਹੁਣ ਸਭ ਕੁਝ ਸਿੱਖੋ, ਮਗਰ ਨਾਲ ਦੇ ਨਾਲ ਇਹ ਵੀ ਧਿਆਨ ਰੱਖੋ ਕਿ ਮੈਂ ਕਿਹਦੇ ਵਿੱਚ ਜ਼ਿਆਦਾ ਵਧੀਆ ਚੱਲ ਰਿਹਾ, ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈਗੀ ਆ ਜਿਹੜੀ ਮੈਂ ਕਰਾਂਗਾ ਤੇ ਮੈਂ ਜ਼ਿਆਦਾ ਕਾਮਯਾਬ ਹੋ ਸਕਦਾ। ਕੁਝ ਬੱਚੇ ਬਹੁਤ ਵਧੀਆ ਟਾਈਪਿੰਗ ਕਰ ਪਾਉਂਦੇ ਹੈਗੇ, ਉਹਨਾਂ ਦੀ ਕੰਪਿਊਟਰ ਦੀ ਸਕਿੱਲਸ ਬਹੁਤ ਵਧੀਆ ਹੈਗੀਆਂ ਨੇ, ਉਹ ਕੋਈ ਇਸ ਤਰ੍ਹਾਂ ਜੌਬ ਕਰ ਸਕਦੇ ਨੇ ਜਿੱਥੇ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਸਕਿੱਲ ਦੀ ਲੋੜ ਆ ਜਿਹੜਾ ਕੰਪਿਊਟਰ ਵਿੱਚ ਮਾਹਿਰ ਹੋਵੇ। ਕੁਝ ਬੱਚੇ ਮੈਨੇਜਰ ਬਹੁਤ ਚੰਗੇ ਸਾਬਿਤ ਹੋ ਰਹੇ ਨੇ। ਅਸੀਂ ਇੱਥੇ ਸਕੂਲ 'ਚ ਕੋਈ ਪ੍ਰੋਗਰਾਮ ਕਰੀਏ ਤਾਂ ਸਾਰਾ ਦਾ ਸਾਰਾ ਇਵੈਂਟ ਜਿਹੜਾ ਮੈਨੇਜ ਕਰਨ ਨੂੰ ਤਿਆਰ ਹੈਗੇ ਨੇ, ਉਹ ਪੂਰੀ ਸਟੇਜ ਨੂੰ ਮੈਨੇਜ ਕਰਨ ਨੂੰ ਤਿਆਰ ਹੈਗੇ ਨੇ, ਕਿਉਂਕਿ ਉਹਨਾਂ ਵਿੱਚ ਮੈਨੇਜੀਰੀਅਲ ਗੁਣ ਹੈਗੇ ਨੇ। ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇੱਕ ਇਵੈਂਟ ਨੂੰ ਮੈਨੇਜ ਕੀਤਾ ਜਾ ਸਕਦਾ ਹੈ, ਤੇ ਉਸ ਚੀਜ਼ ਨੂੰ ਵੀ ਪਛਾਣੋ ਕਿ ਮੈਂ ਕਿਹਦੇ ਵਿੱਚ ਸਪੈਸ਼ਲਾਈਜੇਸ਼ਨ ਕਰ ਪਾ ਰਿਹਾ ਆ, ਕਿਹੜੀ ਇਸ ਤਰ੍ਹਾਂ ਦਾ ਟਾਸਕ ਹੈਗਾ ਜਿਹੜਾ ਮੈਂ ਖਾਸ ਰੂਪ ਤੇ ਕਰ ਪਾ ਰਿਹਾ, ਕਿਉਂਕਿ ਹਰ ਇੱਕ ਕੰਮ ਹਰ ਇੱਕ ਬੰਦੇ ਨੇ ਨਹੀਂ ਕਰਨਾ। ਪਰ ਜਿਹੜਾ ਕੰਮ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਆ, ਤੁਸੀਂ ਕੋਸ਼ਿਸ਼ ਕਰਨੀ ਆ ਉਹ ਕੰਮ ਸਿੱਖਣ ਦੀ, ਉਹਨੂੰ ਕਰਨ ਦੀ, ਉਹਦੀ ਜਾਂਚ ਸਿੱਖੋ, ਉਹਦੇ ਵਿੱਚ ਆਪਣੀ ਐਫੀਸ਼ੀਐਂਸੀ ਨੂੰ ਹੋਰ ਵਧਾਓ ਤਾਂ ਕਿ ਇਸ ਤਰ੍ਹਾਂ ਦਾ ਤੁਸੀਂ ਜਦੋਂ ਮਾਰਕੀਟ ਵਿੱਚ ਜਾਓ, ਜਦੋਂ ਤੁਸੀਂ ਸਮਾਜ ਵਿੱਚ ਵਿਤਰੋ ਤੇ ਤੁਹਾਨੂੰ ਇਹੋ ਜਿਹੀ ਜਗ੍ਹਾ ਰੱਖਿਆ ਜਾ ਸਕੇ ਜਿਹਦੇ ਵਿੱਚ ਤੁਹਾਡੀ ਸਪੈਸ਼ਲਾਈਜੇਸ਼ਨ ਹੋਵੇ। ਤੇ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅਗਰ ਸਾਨੂੰ ਐਜ਼ ਅ ਡੈਫੀਨੇਸ਼ਨ ਆਉਂਦਾ ਆ, ਕੁਐਸਚਨ ਆਉਂਦਾ ਆ ਡਿਪਾਰਟਮੈਂਟਾਈਜੇਸ਼ਨ ਡਿਪਾਰਟਮੈਂਟ ਬਾਰੇ, ਤੇ ਤੁਸੀਂ ਇਹ 4 ਲਾਈਨਾਂ ਲਿਖ ਕੇ ਉਸ ਆਨਸਰ ਨੂੰ ਕਰ ਸਕਦੇ ਜੇ, ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ ਇਸ ਤਰ੍ਹਾਂ ਤੁਸੀਂ ਸਮਝ ਕੇ ਆਪਣੇ ਜੀਵਨ ਵਿੱਚ ਇਹਨੂੰ ਉਤਾਰ ਸਕਦੇ। ਜਦੋਂ ਵੀ ਕਿਸੇ ਆਰਗੇਨਾਈਜੇਸ਼ਨ ਜਾਣਾ ਤੁਸੀਂ ਕੋਸ਼ਿਸ਼ ਕਰਨੀ ਆ ਪਤਾ ਕਰਨ ਦੀ ਕਿ ਉਹ ਕਿਹੜੇ-ਕਿਹੜੇ ਡਿਪਾਰਟਮੈਂਟ ਚੱਲ ਰਹੇ, ਉੱਥੇ ਕੌਣ-ਕੌਣ ਹੈਗਾ, ਉਹਨਾਂ ਦਾ ਹੈੱਡ ਕੌਣ ਆ, ਉੱਥੇ ਕਿਸ ਤਰ੍ਹਾਂ ਦੇ ਕੰਮ ਚੱਲ ਰਹੇ ਹੈਗੇ ਨੇ। ਅਸੀਂ ਤੁਹਾਨੂੰ ਜਦੋਂ ਇੰਡਸਟਰੀ ਵਿਜ਼ਿਟ ਤੇ ਲੈ ਕੇ ਜਾਂਦੇ ਆ ਨਾ, ਤੁਸੀਂ ਵੇਖਿਆ ਹੋਣਾ ਆ ਕਿ ਅਸੀਂ ਖਾਸ ਕਰਕੇ ਤੁਹਾਨੂੰ ਆ ਡਿਪਾਰਟਮੈਂਟ ਦਿਖਾਉਨੇ ਆ। ਤੁਸੀਂ ਵੇਖਿਆ ਹੋਣਾ ਬੈਂਕ ਵਿੱਚ ਆਪਾਂ ਜਾਂਦੇ ਹੈਗੇ, ਇੰਡਸਟਰੀ ਵਿੱਚ ਜਾਂਦੇ ਹੈਗੇ ਤੇ ਉੱਥੇ ਅਲੱਗ-ਅਲੱਗ ਪ੍ਰਕਾਰ ਦੇ ਲੋਕ ਅਲੱਗ-ਅਲੱਗ ਕੰਮ ਕਰ ਰਹੇ ਹੁੰਦੇ ਨੇ। ਇਹ ਤਾਂ ਨਹੀਂ ਕਿ ਸਾਰੇ ਬੰਦੇ ਇੱਕੋ ਹੀ ਕੰਮ ਕਰੀ ਜਾ ਰਹੇ ਨੇ। ਤੁਸੀਂ ਵੇਖਿਆ ਹੋਣਾ ਬੈਂਕ ਦੇ ਗੇਟ ਤੇ ਵੀ ਕੋਈ ਖਲੋਤਾ ਤੇ ਕੋਈ ਪੈਸੇ ਵੀ ਗਿਣ ਕੇ ਦੇ ਰਿਹਾ, ਕੋਈ ਕੰਪਿਊਟਰ ਤੇ ਮੈਨੇਜਰ ਵੀ ਬੈਠਾ ਹੋਇਆ ਹੈ ਤੇ ਕੋਈ ਓਵਰਆਲ ਸੇਲਸ ਵੀ ਕਰ ਰਿਹਾ ਹੈਗਾ। ਯਾਨੀ ਸਾਰੇ ਨੇ ਆਪਣੇ ਆਪਣੇ ਕੰਮ ਵੰਡੇ ਹੋਏ ਆ ਨਾ, ਉਹ ਡਿਵੀਜ਼ਨ ਜਿਹੜਾ ਆ ਉਹ ਕਰਨਾ ਪੈਂਦਾ ਹੈਗਾ। ਤੇ ਇਸੇ ਚੀਜ਼ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨਾ, ਕਿਉਂਕਿ ਅਗਰ ਆਹ ਚੀਜ਼ ਸਾਨੂੰ ਸਮਝ ਆ ਗਈ ਤੇ ਕਿਤੇ ਨਾ ਕਿਤੇ ਸਾਡੇ ਲਈ ਬੜਾ ਆਸਾਨ ਹੋ ਜਾਏਗਾ ਕਿ ਅਸੀਂ ਸਮਝੀਏ। ਹੁਣ ਬੱਚੇ ਜਿਹੜੇ ਡਿਪਾਰਟਮੈਂਟਾਈਜੇਸ਼ਨ ਹੋਣਾ ਆ, ਆਪਾਂ ਇੱਕ ਡਿਪਾਰਟਮੈਂਟ ਨੂੰ ਵੰਡਣਾ, ਉਹਦੇ ਬਹੁਤ ਸਾਰੇ ਤਰੀਕੇ ਹੋ ਸਕਦੇ, ਕੋਈ ਇੱਕ ਤਰੀਕਾ ਨਹੀਂ ਆ, ਬਹੁਤ ਸਾਰੇ। ਫॉर एग्जांपल ਪਹਿਲਾ ਤਰੀਕਾ ਹੋ ਸਕਦਾ ਫੰਕਸ਼ਨ ਬੇਸਡ। ਆਪਾਂ ਫੰਕਸ਼ਨਸ ਵੇਖੀਏ, ਆਪਾਂ ਗਰੁੱਪਿੰਗ ਕਿਸ ਤਰ੍ਹਾਂ ਕਰਾਂਗੇ EMPLOYEES ਦੀ ਬੇਸਡ ਔਨ देयर फंक्शनल एरिया, किस तरह का, सच एज सेल्स, मार्केटिंग, फाइनेंस, ह्यूमन रिसोर्स। कोई बंदा फाइनेंस का सारा काम संभाल रहा है, कोई सेल्स का कर रहा है, कोई मार्केटिंग कर रहा है, तो कोई ना कोई ह्यूमन रिसोर्स मैनेज कर रहा है, वो ट्रेनिंग्स करा रहा है, उन्होंने रिक्रूटिंग करा रहा होएगा, उन्होंने इंप्लॉयमेंट के सारे नियम समझा रहा होएगा, उन्होंने रिटायर कर रहा होएगा, उन्होंने सैलरी बना रहा होएगा। ये कौन कर रहा है? ह्यूमन रिसोर्स। कोई फाइनेंस को मेनटेन कर रहा है, वो सारा चेक कर रहा है कितना पैसा आ रहा है, कितना जा रहा है। हुण कोई अलग अलग स्किल है ना, कोई बंदा ह्यूमन रिसोर्स बहुत अगे हो सकता, कोई फाइनेंस बहुत वधिया हो सकता, कोई इहदी मार्केटिंग स्किल बहुत चंगी हैगी, वो ऑनलाइन इन्नी वधिया मार्केटिंग कर रहा है ऑर्गेनाइजेशन की कि उन्हां दी सेल्स बहुत वध रही है, उन्होंने ऑर्डर आ रही है। फिर कोई पर्टिकुलर व्यक्ति वो सेल्स वास्ते जा रहा है, वो अपनी सेल्स नूं करके आ रहा है, उन्होंने एग्जीक्यूट करके आ रहा है। तो ये किस तरह संभव हो रहा है? आपां किस तरह वंड वंडी फंक्शन ਅਸੀਂ ਵੇਖਿਆ ਕਿ ਫੰਕਸ਼ਨ ਬੇਸਡ ਬਣਾਏ ਕਿ ਜਿਸ ਤਰ੍ਹਾਂ ਦਾ ਫੰਕਸ਼ਨ ਉਹ ਇੰਪਲਾਈ ਕਰ ਰਿਹਾ ਹੈਗਾ ਉਸ ਤਰ੍ਹਾਂ ਦਾ ਆਪਾਂ ਉਹਨੂੰ ਵੰਡ ਦਿੱਤਾ ਹੈਗਾ। ਇਸ ਤੋਂ ਬਾਅਦ ਇਹ ਵੈਸੇ ਸਭ ਤੋਂ ਇੰਪੋਰਟੈਂਟ ਹੈ, ਅਧਿਕਤਰ ਜਿਹੜੇ ਡਿਪਾਰਟਮੈਂਟ ਨੇ ਇੱਥੇ ਚੱਲ ਰਹੇ ਹੁੰਦੇ ਨੇ। ਉਸ ਤੋਂ ਬਾਅਦ ਬੱਚੇ ਪ੍ਰੋਡਕਟ ਬੇਸਡ ਵੀ ਹੁੰਦਾ ਹੈ, ਗਰੁੱਪਿੰਗ ਇੰਪਲਾਈ ਬੇਸਡ ਔਨ देयर ਪ੍ਰੋਡਕਟ। ਵੇਖੋ ਕਈ ਵਾਰ ਆਰਗੇਨਾਈਜੇਸ਼ਨ ਇੰਨੀ ਵੱਡੀ ਹੁੰਦੀ ਆ ਕਿ ਉਹਦੇ ਅੰਦਰ ਜਿਹੜੇ ਪ੍ਰੋਡਕਟ ਉਹ ਅਲੱਗ-ਅਲੱਗ ਬਣ ਰਹੇ ਹੁੰਦੇ। ਮੰਨ ਲਓ ਕੋਈ ਇੰਡਸਟਰੀ ਹੈਗੀ ਆ, ਉਹ ਕੁਝ ਮੋਬਾਈਲ ਦੀ ਸਰਵਿਸ ਵੀ ਦੇ ਰਹੀ ਹੈ, ਉਹ ਸਾਡੇ ਕੁਝ ਜਨਰਲ ਸਟੋਰ ਦੇ ਵੀ ਪ੍ਰੋਡਕਟ ਬਣਾ ਰਹੀ ਹੈ, ਉਹ ਸਾਡੇ ਕੁਝ ਕਿਰਿਆਨੇ ਦੇ ਵੀ ਸਮਾਨ ਬਣਾ ਰਹੀ ਹੈਗੀ, ਉਹ ਸਾਡੇ ਕੋਈ ਲਾਈਫ ਸਟਾਈਲ ਦੇ ਵੀ ਸਮਾਨ ਬਣਾ ਰਹੀ ਹੈਗੀ। ਅਲੱਗ-ਅਲੱਗ ਪ੍ਰੋਡਕਟ ਹੋ ਗਏ ਨਾ।
ਤੇ ਫਿਰ ਉਹਦੇ ਡਿਪਾਰਟਮੈਂਟ ਉਹਨਾਂ ਕਿਸ ਤਰ੍ਹਾਂ ਵੰਡਤੇ, ਪ੍ਰੋਡਕਟ ਬੇਸ ਤੇ, ਬ੍ਰਾਂਡ ਬੇਸ ਤੇ, ਸਪੈਸੀਫਿਕ ਪ੍ਰੋਡਕਟ ਲਾਈਨ ਤੇ ਉਹਨੂੰ ਲਗਾਤਾ। ਹਾਂ ਉਸ ਵਿਅਕਤੀ ਨੂੰ ਹੁਣ ਪਤਾ ਹੈ ਕਿ ਮੈਂ ਆਹ ਪ੍ਰੋਡਕਟ ਬਣਾਉਣਾ ਹੈਗਾ, ਮੇਰਾ ਸਾਰੇ ਦਿਨ ਵਿੱਚ ਜਿਹੜਾ ਕੰਮ ਹੈਗਾ ਉਹ ਇਸ ਪਾਰਟਿਕੂਲਰ ਪ੍ਰੋਡਕਟ ਨਾਲ, ਉਹ ਦੂਸਰੇ ਪ੍ਰੋਡਕਟ ਬਾਰੇ ਉਹਨੂੰ ਕੁਝ ਨਹੀਂ ਜਾਣਕਾਰੀ, ਉਹਨੂੰ ਸਦਾ ਇਹ ਵੀ ਨਾ ਪਤਾ ਹੋਵੇ ਕਿ ਇਹ ਸਾਡੀ ਹੀ ਆਰਗੇਨਾਈਜੇਸ਼ਨ ਦਾ ਹਿੱਸਾ, ਕਿਉਂ, ਕਿਉਂਕਿ ਉਹਨੂੰ ਪਾਰਟਿਕੂਲਰਲੀ ਉਹ ਬ੍ਰਾਂਡ ਜਾਂ ਉਹ ਪ੍ਰੋਡਕਟ ਲਾਈਨ ਦੇ ਦਿੱਤੀ। ਤੇ ਇਹ ਵੀ ਕੀਤਾ ਜਾਂਦਾ ਜਦੋਂ ਇੰਡਸਟਰੀ ਬਹੁਤ ਵੱਡੀ ਹੁੰਦੀ ਹੈ, ਕੋਈ ਉਹਦੇ ਅੰਦਰ ਕੋਈ ਆਰਗੇਨਾਈਜੇਸ਼ਨ ਬਹੁਤ ਵੱਡੇ ਲੈਵਲ ਤੇ ਕੰਮ ਕਰ ਰਹੀ ਹੁੰਦੀ ਆ, ਤੇ ਉਹਨਾਂ ਨੇ ਪ੍ਰੋਡਕਟ ਬੇਸਡ ਡਿਪਾਰਟਮੈਂਟਾਈਜੇਸ਼ਨ ਕੀਤੀ ਹੁੰਦੀ ਆ। ਤੇ ਇਸ ਚੀਜ਼ ਦੀ ਤੁਹਾਨੂੰ ਸਮਝ ਹੋਵੇ, ਫੰਕਸ਼ਨ ਪ੍ਰੋਡਕਟ ਬੇਸਡ ਤੇ ਤੀਸਰਾ ਕਸਟਮਰ ਬੇਸਡ। ਇੰਪਲੋਈ ਨੂੰ ਕੀ ਕੀਤਾ ਜਾਂਦਾ, ਬੇਸਡ ਔਨ ਕਸਟਮਰ ਦੇ ਸਰਵ, ਉਹਨਾਂ ਨੂੰ ਅਲੱਗ-ਅਲੱਗ ਦਿੱਤੇ ਜਾਂਦੇ। ਵੇਖੋ ਕਿਤੇ ਡਿਪਾਰਟਮੈਂਟ ਆਫ ਰਿਟੇਲ ਕਸਟਮਰ ਹੋ ਸਕਦਾ, ਕਿਤੇ ਕਾਰਪੋਰੇਟ ਕਲਾਇੰਟਸ ਆ ਰਹੇ ਹੈਗੇ ਨੇ, ਤੇ ਉਹ ਇੰਪਲੋਈ ਨੂੰ ਵੰਡ ਦਿੱਤਾ ਕਿ ਭਈ ਤੁਸੀਂ ਜਿਹੜਾ ਰਿਟੇਲ ਕਸਟਮਰ ਆਏਗਾ ਨਾ, ਤੁਸੀਂ ਉਹਦੇ ਨਾਲ ਡੀਲ ਕਰਨਾ ਹੈ। ਜਿਹੜਾ ਕਾਰਪੋਰੇਟ ਕਲਾਇੰਟ ਆ ਰਿਹਾ, ਹੋਲਸੇਲ ਤੇ ਕੁਝ ਖਰੀਦ ਰਿਹਾ ਜਾਂ ਉਹਨਾਂ ਨੂੰ ਵੇਚ ਰਿਹਾ ਆ, ਅਪਲਾਈਨ ਹੈ ਜਾਂ ਡਾਊਨਲਾਈਨ ਆ, ਉਹਦੇ ਵਿੱਚ ਅਲੱਗ ਸਾਡੇ ਕੋਲ ਕਰਮਚਾਰੀ ਹੈਗੇ ਨੇ, ਉਹ ਸਾਡੇ ਇੰਪਲੋਈ ਅਲੱਗ ਹੈਗੇ ਨੇ, ਤੇ ਆਪਾਂ ਗਰੁੱਪਿੰਗ ਕਰ ਦਿੱਤੀ ਹੈਗੀ ਆ, ਰਿਟੇਲ ਵਾਸਤੇ, ਕਾਰਪੋਰੇਟ ਵਾਸਤੇ ਅਲੱਗ-ਅਲੱਗ, ਕਲਾਇੰਟਸ ਵਾਸਤੇ ਅਲੱਗ, ਤੇ ਕਸਟਮਰ ਬੇਸਡ ਹੋ ਗਿਆ ਨਾ ਫਿਰ ਉਹ। ਤੇ ਇਸ ਤਰ੍ਹਾਂ ਵੀ ਕੀਤਾ ਜਾਂਦਾ ਬਹੁਤ ਸਾਰੀ ਆਰਗੇਨਾਈਜੇਸ਼ਨ ਵਿੱਚ, ਆ ਵੀ ਵਰਡ ਤੁਸੀਂ ਵੇਖੋਗੇ। ਤਾਂ ਮੈਂ ਕਹਿੰਦਾ ਜਦੋਂ ਤੁਸੀਂ ਕਿਸੇ ਇੰਡਸਟਰੀ ਨੂੰ ਵਿਜ਼ਿਟ ਕਰਨਾ ਜਾਂ ਕਿਸੇ ਵੀ ਮਾਲ 'ਚ ਜਾ ਰਹੇ ਜੇ, ਕਿਸੇ ਵੀ ਇੰਡਸਟਰੀ ਦੇ ਲਾਗੋਂ ਹੀ ਗੁਜ਼ਰ ਰਹੇ ਜੇ, ਤੇ ਆਪਣਾ ਦਿਮਾਗ ਚਲਾਇਆ ਕਰੋ ਕਿ ਇੱਥੇ ਕਿਹੜੇ-ਕਿਹੜੇ ਡਿਪਾਰਟਮੈਂਟ ਹੋ ਸਕਦੇ। ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਜੇ, ਤਾਂ ਉਹਨੂੰ ਪੁੱਛਿਆ ਕਰੋ ਕਿ ਤੁਸੀਂ ਕਿਸ ਤਰ੍ਹਾਂ ਵੰਡ ਕੀਤੀ ਹੈਗੀ। ਅੱਛਾ, ਇੱਕ ਹੁਣ ਕਿਉਂਕਿ ਜਿਹੜੀ ਸਾਡੇ ਕੋਲ ਮਲਟੀਨੈਸ਼ਨਲ ਕੰਪਨੀਆਂ ਆ ਸਕਦੀਆਂ, ਇਸ ਤਰ੍ਹਾਂ ਤਾਂ ਹੈ ਨਹੀਂ ਕਿ ਸਾਡੇ ਕੋਲ ਜਿਹੜੀ ਕੰਪਨੀ ਆ ਉਹ ਬਿਲਕੁਲ ਲੋਕਲ ਇੱਕ ਏਰੀਆ ਵਿੱਚ ਕੰਮ ਕਰ ਰਹੀ ਆ। ਹੁਣ ਤੇ ਦੇਸ਼ ਦੀ ਕੋਈ ਲਿਮਟ ਨਹੀਂ ਰਹਿ ਗਈ। ਹੋ ਸਕਦਾ ਆ ਇੱਕ ਜਿਹੜੀ ਕੰਪਨੀ ਹੈਗੀ ਆ, ਇੱਕ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ, ਉਹ ਅਲੱਗ-ਅਲੱਗ ਦੇਸ਼ਾਂ ਵਿੱਚ ਕੰਮ ਕਰ ਰਹੀ ਹੋਵੇ। ਭਾਰਤ ਵਿੱਚ ਹੀ ਤੁਸੀਂ ਵੇਖੋਗੇ ਕਿ ਕਿੰਨੇ ਅਲੱਗ-ਅਲੱਗ ਜੀਓਗ੍ਰਾਫੀਕਲ ਰੀਜਨ ਹੈਗੇ ਨੇ। ਇਹਨਾਂ ਨੂੰ ਵੇਖਣ ਵਾਸਤੇ ਕਈ ਵਾਰ ਜੀਓਗ੍ਰਾਫੀਕਲ ਡਿਪਾਰਟਮੈਂਟਾਈਜੇਸ਼ਨ ਵੀ ਕੀਤਾ ਜਾਂਦਾ ਹੈ, ਯਾਨੀ ਕਿ ਗਰੁੱਪਿੰਗ ਆਫ EMPLOYE ਬੇਸਡ ਔਨ देयर ਲੋਕੇਸ਼ਨ। ਕਿ ਉਸ ਸਪੈਸਿਫਿਕ ਰੀਜ਼ਨ ਵਾਸਤੇ, ਸਪੈਸਿਫਿਕ ਕੰਟਰੀ, ਤੁਸੀਂ ਇਹ ਮੈਨੇਜਰ ਵੇਖੋਗੇ ਨਾ ਲਿਖਿਆ ਹੁੰਦਾ ਰੀਜਨਲ ਮੈਨੇਜਰ, ਇਹ ਨਾਰਥ ਇੰਡੀਆ ਦੇ ਨੇ, ਇਹ ਸਾਊਥ ਇੰਡੀਆ ਦੇ ਨੇ, ਫਿਰ ਨਾਰਥ ਇੰਡੀਆ ਚੋਂ ਪਾਰਟਿਕੂਲਰਲੀ ਪੰਜਾਬ ਦੇ ਨੇ, ਪੰਜਾਬ ਚੋਂ ਪਾਰਟਿਕੂਲਰਲੀ ਅੰਮ੍ਰਿਤਸਰ ਦੇ ਨੇ, ਇਸ ਤਰ੍ਹਾਂ ਕਰਕੇ ਵੰਡ ਕੀਤੀ ਹੁੰਦੀ ਹੈ। ਉਸ ਏਰੀਆ ਨੂੰ ਵੇਖਦੇ ਹੈਗੇ ਨੇ, ਉਹਨਾਂ ਦਾ ਸਾਰਾ ਜਿਹੜਾ ਕੰਮ ਹੈਗਾ ਉਹਨਾਂ ਨੇ ਵੇਖਣਾ ਇਸ ਏਰੀਆ 'ਚ ਕਿੰਨਾ, ਉਹਨਾਂ ਦਾ ਜਿਹੜਾ ਆਪਸ ਵਿੱਚ ਕੰਪੀਟੀਸ਼ਨ ਵੀ ਚੱਲਦਾ ਉਸ ਬੇਸ ਤੇ ਚੱਲਦਾ ਕਿ ਵੀ ਅੰਮ੍ਰਿਤਸਰ ਚੋਂ ਇੰਨਾ ਬਿਜ਼ਨਸ ਮਿਲਿਆ, ਲੁਧਿਆਣਾ ਚੋਂ ਇੰਨਾ ਮਿਲਿਆ, ਗੋਰਖਪੁਰ ਤੋਂ ਇੰਨਾ ਮਿਲ ਰਿਹਾ ਹੈਗਾ, ਉਹ ਅਲੱਗ-ਅਲੱਗ ਫਿਰ ਕੰਪੇਅਰ ਹੁੰਦਾ ਉਹਨਾਂ ਦਾ, ਪਰ ਉਹਨਾਂ ਦੀ ਵੰਡ ਜਿਹੜੀ ਹੈ ਜੀਓਗ੍ਰਾਫੀਕਲ ਹੁੰਦੀ। ਇਸ ਤਰ੍ਹਾਂ ਦੇ ਤੁਸੀਂ ਜਦੋਂ ਕਿਸੇ ਨਾਲ ਗੱਲਬਾਤ ਕਰੋਗੇ ਨਾ, ਤੁਹਾਨੂੰ ਸਾਹਮਣੇ ਆਉਣਗੇ ਕਿ ਹਾਂ ਜੀ ਮੈਨੂੰ ਤਾਂ ਵੀ ਆਹ ਏਰੀਆ ਮਿਲਿਆ ਹੋਇਆ, ਮੈਂ ਤਾਂ ਇਸ ਪਾਰਟਿਕੂਲਰ ਏਰੀਆ ਰੀਜਨ ਦੀ ਗੱਲ ਕਰਦਾ। ਤੇ ਇਸ ਤਰ੍ਹਾਂ ਦੇ ਵੀ ਡਿਪਾਰਟਮੈਂਟ ਹੁੰਦੇ ਆ। ਦੇਖੋ ਐਜ਼ ਏ ਮੈਨੇਜਰ ਤੁਹਾਨੂੰ ਇਸ ਚੀਜ਼ਾਂ ਦਾ ਸਮਝ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਮਾਰਕੀਟ ਵਿੱਚ ਜਾਓਗੇ, ਇੰਡਸਟਰੀ ਨੂੰ ਜੁਆਇਨ ਕਰੋਗੇ, ਕਿਸੇ ਆਰਗੇਨਾਈਜੇਸ਼ਨ ਦਾ ਪਾਰਟ ਹੋਗੇ, ਤੇ ਤੁਹਾਨੂੰ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਕਿ ਸਾਡੇ ਕਿਸ ਬੇਸ ਤੇ ਚੱਲ ਰਿਹਾ ਤੇ ਕਿਸ ਬੇਸ ਦੀ ਲੋੜ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਫੰਕਸ਼ਨ ਬੇਸ ਕੀਤਾ ਹੋਇਆ, ਪਰ ਇੰਡਸਟਰੀ ਏਡੀ ਵੱਡੀ ਸੀ ਕਿ ਉਹਦੇ ਵਿੱਚ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਬਹੁਤ ਵੱਡਾ ਕੰਮ ਕਰ ਸਕਦੀ ਆ, ਮਗਰ ਤੁਸੀਂ ਜੀਓਗ੍ਰਾਫੀਕਲ ਡਿਪਾਰਟਮੈਂਟਾਈਜੇਸ਼ਨ ਕੀਤੀ ਨਹੀਂ, ਤੁਸੀਂ ਵੰਡੇ ਹੀ ਨਹੀਂ। ਤੁਸੀਂ ਇੱਕ ਬੰਦੇ ਨੂੰ ਕਹਿਤਾ ਕਿ ਸਾਰੀ ਸੇਲ ਤੁਸੀਂ ਸੰਭਾਲ ਲੈਣੀ ਆ, ਜਦਕਿ ਹੋ ਸਕਦਾ ਹੈ ਆਪਾਂ ਉਹਨੂੰ 4 ਹਿੱਸਿਆਂ 'ਚ ਵੰਡ ਲੈਂਦੇ, 5 ਹਿੱਸਿਆਂ 'ਚ ਵੰਡ ਲੈਂਦੇ, ਹਰ ਇੱਕ ਸਟੇਟ ਵਾਸਤੇ ਵੱਖਰਾ ਮੈਨੇਜਰ ਰੱਖ ਲੈਂਦੇ। ਇਸ ਤੋਂ ਬਾਅਦ ਵਿੱਚ ਪ੍ਰੋਸੈਸ ਬੇਸਡ ਵੇਖੋ, ਤੁਸੀਂ ਸਮਝਦੇ ਜੀ ਇੱਕ ਆਰਗੇਨਾਈਜੇਸ਼ਨ ਨਾਲ ਬਹੁਤ ਸਾਰੇ ਪ੍ਰੋਸੈਸ ਚੱਲਦੇ। ਜਦੋਂ ਆਪਾਂ ਮੈਨੂਫੈਕਚਰਿੰਗ ਕਰ ਰਹੇ ਹਾਂ ਜਾਂ ਉਹਦੇ ਵਿੱਚ ਹੁਣ ਮੰਨ ਲਓ ਇੱਕ ਡਿਪਾਰਟਮੈਂਟ ਹੈਗਾ ਮੈਨੂਫੈਕਚਰਿੰਗ ਦਾ, ਇੱਕ ਡਿਪਾਰਟਮੈਂਟ ਹੈਗਾ ਰਿਸਰਚ ਦਾ। ਜਿੱਥੇ ਮੈਨੂਫੈਕਚਰਿੰਗ ਹੋ ਰਹੀ ਆ, ਅਸਲ 'ਚ ਉਹ ਰਿਸਰਚ ਵਾਲੇ ਤੋਂ ਬਿਲਕੁਲ ਅਲੱਗ ਹੈਗਾ, ਕਿਉਂਕਿ ਰਿਸਰਚ ਵਾਲੇ ਹਜੇ ਇਹੋ ਜਿਹੀ ਰਿਸਰਚ ਕਰ ਰਹੇ ਆ ਜਿਹੜਾ ਪ੍ਰੋਡਕਟ ਬਣਿਆ ਹੀ ਨਹੀਂ, ਜਿਹੜੀ ਮੈਨੂਫੈਕਚਰਿੰਗ ਦੀ ਪ੍ਰੋਸੈਸ ਸ਼ੁਰੂ ਹੋਈ ਹੀ ਨਹੀਂ। ਤੇ ਉਹ ਦੋਵੇਂ ਅਲੱਗ-ਅਲੱਗ ਹੋਏ ਨਾ, ਉਹਨਾਂ ਦੇ EMPLOYE ਵੀ ਅਲੱਗ ਹੋਣਗੇ, ਉਹਨਾਂ ਦਾ ਮੈਨੇਜਰ ਵੀ ਅਲੱਗ ਹੋਏਗਾ, ਉਹਨਾਂ ਦੇ ਟਾਰਗੇਟਸ ਵੀ ਅਲੱਗ ਹੋਣਗੇ। ਤੇ ਇਸ ਤਰ੍ਹਾਂ ਵੀ ਕੀਤਾ ਜਾਂਦਾ ਕਿ R&D ਵਾਸਤੇ ਆਪਾਂ ਅਲੱਗ ਕਰਤਾ, ਰਿਸਰਚ ਐਂਡ ਡਿਵੈਲਪਮੈਂਟ ਵਾਸਤੇ ਅਲੱਗ ਚੱਲ ਰਿਹਾ ਹੈਗਾ ਸਾਡੇ ਕੋਲ ਡਿਪਾਰਟਮੈਂਟ, ਤੇ ਜਿੱਥੇ ਐਕਚੁਅਲ ਮੈਨੂਫੈਕਚਰਿੰਗ ਪ੍ਰੋਡਕਟ ਦੀ ਹੋ ਰਹੀ ਹੈ, ਜਿਹੜਾ ਪ੍ਰੋਡਕਟ ਅਸੀਂ ਬਣਾ ਰਹੇ ਹਾਂ, ਵੇਚ ਰਹੇ ਹਾਂ, ਮਾਰਕੀਟਿੰਗ ਕਰ ਰਹੇ ਹਾਂ, ਉਹ ਇੱਕ ਅਲੱਗ ਤੋਂ ਸਾਡਾ ਚੱਲ ਰਿਹਾ ਹੈਗਾ। ਤੇ ਇਹ ਵੀ ਤੁਸੀਂ ਆਸਾਨੀ ਨਾਲ ਵੇਖਣ ਚੱਲੋਗੇ। ਬੱਚੇ ਨੂੰ ਆਪਾਂ ਬਹੁਤ ਸਹੀ ਤਰੀਕੇ ਨਾਲ ਸਮਝ ਲਿਆ ਗਿਆ, ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਹੁਣ ਆਸਾਨੀ ਦੇ ਨਾਲ ਇਹਨੂੰ ਕਰ ਪਾਓਗੇ। ਹੁਣ ਡਿਪਾਰਟਮੈਂਟ ਆਫ ਆਫਿਸ ਇਸ ਤਰ੍ਹਾਂ ਦੇ ਹੋ ਸਕਦੇ ਨੇ, ਕਿਤੇ ਅਕਾਊਂਟਿੰਗ ਹੋ ਸਕਦਾ, ਅਕਾਊਂਟਿੰਗ ਵਾਲਾ ਕੀ ਕਰ ਰਿਹਾ ਹੋਗਾ, ਫਾਈਨੈਂਸ ਆਪਾਂ ਕੀ ਪੜਿਆ ਸੀ ਨਾ, ਹਿਊਮਨ ਰਿਸੋਰਸ, ਕਿਤੇ ਸਟਾਫ ਨੂੰ EMPLOY ਕੀਤਾ ਜਾ ਰਿਹਾ, ਪ੍ਰਮੋਸ਼ਨ ਦਿੱਤੀ ਜਾ ਰਹੀ ਹੈ, ਸੈਲਰੀ ਬਣਾਈ ਜਾ ਰਹੀ ਹੈਗੀ, ਕਿਤੇ ਮਾਰਕੀਟਿੰਗ ਚੱਲ ਰਹੀ ਹੈਗੀ, ਠੀਕ ਹੈ ਨਾ, ਮਾਰਕੀਟਿੰਗ ਦਾ ਕੰਮ ਹੋ ਰਿਹਾ ਹੈਗਾ, ਕਿਤੇ ਆਪਰੇਸ਼ਨਸ ਉਹ ਪ੍ਰੋਸੈਸ ਚੱਲ ਰਹੇ ਹੈਗੇ ਨੇ।
ਕਿਤੇ ਉਹ ਮਾਰਕੀਟਿੰਗ ਤੋਂ ਬਾਅਦ ਸੇਲਸ ਚੱਲ ਰਹੀਆਂ ਹੈਗੀਆਂ, ਤੁਹਾਨੂੰ ਆਰਡਰ ਮਿਲਿਆ, ਤੁਸੀਂ ਪਾਰਟਿਕੂਲਰਲੀ ਸੇਲ ਐਗਜ਼ੀਕਿਊਟ ਕਰਨ ਜਾ ਰਹੇ ਹੈਗੇ ਜੇ। ਕਿਤੇ ਇਨਫੋਰਮੇਸ਼ਨ ਟੈਕਨੋਲੋਜੀ ਡਿਪਾਰਟਮੈਂਟ ਹੈ ਅੱਜ ਕੱਲ੍ਹ ਤਾਂ ਬਹੁਤ ਜ਼ਰੂਰੀ ਹੋ ਗਿਆ। ਤੁਸੀਂ ਵੇਖਿਆ ਹੋਣਾ ਹਰ ਆਰਗੇਨਾਈਜੇਸ਼ਨ ਇੱਕ ਪੂਰੇ ਦੇ ਪੂਰੇ ਆਈਟੀ ਸਟਰਕਚਰ ਦੇ ਉੱਤੇ ਬੇਸਡ ਹੋ ਗਈ ਆ। ਉਹਨਾਂ ਦੀ ਜਿੰਨੀ ਮਾਰਕੀਟਿੰਗ ਆ, ਜਿੰਨੀ ਸੇਲ ਹੈਗੀ ਆ, ਸਾਰੀ ਇਨਫੋਰਮੇਸ਼ਨ ਦਾ ਆਦਾਨ ਪ੍ਰਦਾਨ ਕਿਸ ਤਰ੍ਹਾਂ ਹੋ ਰਿਹਾ ਹੈਗਾ, ਆਈਟੀ ਨਾਲ ਹੋ ਰਿਹਾ। ਪੂਰਾ ਦਾ ਪੂਰਾ ਇੱਕ ਡਿਪਾਰਟਮੈਂਟ ਦਿੱਤਾ ਜਾਂਦਾ ਬੱਚਿਓ, ਉਹ ਪੂਰਾ ਦਾ ਪੂਰਾ ਡਿਪਾਰਟਮੈਂਟ ਕੀ ਚੈੱਕ ਕਰ ਰਿਹਾ ਹੁੰਦਾ ਆ ਕਿ ਇਹੋ ਹੀ ਵੇਖ ਰਿਹਾ ਹੁੰਦਾ ਕਿ ਉਹ ਜਿੰਨੀ ਜਾਣਕਾਰੀ ਉਸ ਵਿੱਚ ਆ ਰਹੀ ਹੈ, ਉਹਨਾਂ ਦੇ ਕਲਾਇੰਟਸ ਕੌਣ ਨੇ, ਉਹਨਾਂ ਦੇ ਸ਼ੇਅਰ ਹੋਲਡਰ ਕੌਣ ਹੈਗੇ ਨੇ, ਉਹ ਸਾਰਾ ਕੁਝ ਉਸ ਜਗ੍ਹਾ ਤੋਂ ਚੱਲ ਰਿਹਾ ਹੁੰਦਾ। ਤੇ ਬਹੁਤ ਸਾਰੇ ਬੱਚਿਆਂ ਦਾ ਇਸ 'ਚ ਸਕੋਪ ਬਣਦਾ, ਜਿਹੜੇ ਚੰਗੇ ਆਈਟੀ ਪ੍ਰੋਫੈਸ਼ਨਲ ਹੈਗੇ ਨੇ ਉਹ ਇਸ ਡਿਪਾਰਟਮੈਂਟ ਜਾ ਸਕਦੇ ਨੇ। ਉਹਨਾਂ ਦਾ ਕੰਮ ਕਿਸ ਤਰ੍ਹਾਂ ਦਾ ਹੋਗਾ, ਸਿਟਿੰਗ ਦਾ ਹੋਏਗਾ, ਉਹ ਬੈਠਣਗੇ, ਕੰਪਿਊਟਰ ਉਹਨਾਂ ਸਾਹਮਣੇ ਹੋਏਗਾ, ਉਹ ਬਹੁਤ ਸਾਰੇ ਡੇਟਾ ਨੂੰ ਲੈ ਕੇ ਐਨਾਲਾਈਜ਼ ਕਰ ਰਹੇ ਹੋਣਗੇ, ਬਹੁਤ ਸਾਰਾ ਡੇਟਾ ਉਹਨਾਂ ਕੋਲ ਰੋਜ਼ ਆ ਰਿਹਾ ਹੋਏਗਾ, ਤੇ ਉਹਨਾਂ ਦਾ ਇਸ ਤਰ੍ਹਾਂ ਦਾ। ਅੱਛਾ, ਜਦੋਂ ਇੰਨੀ ਵੱਡੀ ਆਰਗੇਨਾਈਜੇਸ਼ਨ ਚਲਾਉਣੀ ਹੈ ਨਾ ਬੱਚੇ, ਲੀਗਲ ਡਿਪਾਰਟਮੈਂਟ ਦੀ ਕਈ ਵਾਰ ਲੋੜ ਪੈਂਦੀ, ਬਹੁਤ ਸਾਰੇ ਕੇਸਿਸ ਹੋ ਜਾਂਦੇ ਨੇ, ਬਹੁਤ ਸਾਰੇ ਡੀਲਸ ਕਰਨੀਆਂ ਪੈਂਦੀਆਂ ਨੇ। ਉਹ ਡੀਲਸ ਜਿਹੜੀਆਂ ਹੈਗੀਆਂ ਜਦੋਂ ਲੀਗਲੀ ਕਿਸੇ ਇਸ਼ੂ 'ਚ ਪੈ ਜਾਂਦੀਆਂ ਨੇ ਤੇ ਉਹਦੇ ਵਾਸਤੇ ਵੀ ਸਾਨੂੰ ਕੁਛ ਨਾ ਕੁਛ ਐਡਵੋਕੇਟਸ ਦਾ, ਹੁਣ ਤੁਸੀਂ ਸੋਚੋ ਕਿ ਇੱਕ ਐਡਵੋਕੇਟ ਨੂੰ ਕਿਉਂ ਰੱਖਿਆ ਕਿਸੇ ਵੀ ਆਰਗੇਨਾਈਜੇਸ਼ਨ ਨੇ, ਉਹ ਤੇ ਕੁਝ ਨਹੀਂ ਬਣਾ ਰਹੇ, ਉਹ ਤੇ ਕੋਈ ਸੇਲ ਨਹੀਂ ਕਰ ਰਿਹਾ, ਉਹ ਤੇ ਹਿਊਮਨ ਰਿਸੋਰਸ ਦਾ ਕੰਮ ਨਹੀਂ ਕਰ ਰਿਹਾ, ਉਹ ਤੇ ਫਾਈਨੈਂਸ ਦਾ ਕੰਮ ਨਹੀਂ ਦੇਖ ਰਿਹਾ। ਉਹ ਕੀ ਦੇਖ ਰਿਹਾ ਫਿਰ, ਉਹ ਲੀਗਲ ਡਿਪਾਰਟਮੈਂਟ ਦੇਖ ਰਿਹਾ ਹੈਗਾ। ਤੇ ਹੁੰਦਾ ਜਿੰਨੀ ਆਰਗੇਨਾਈਜੇਸ਼ਨ ਵੱਡੀ ਹੁੰਦੀ ਜਾਂਦੀ ਆ, ਉਹਨੂੰ ਉਨੀ ਅਲੱਗ-ਅਲੱਗ ਡਿਪਾਰਟਮੈਂਟ ਦੀ ਲੋੜ ਮਹਿਸੂਸ ਹੁੰਦੀ। ਹੋ ਸਕਦਾ ਤੁਸੀਂ ਇੱਕ ਸ਼ਾਪ ਬਣਾਈ ਆ, ਤੁਹਾਨੂੰ ਲੱਗ ਰਿਹਾ ਕਿ ਨਹੀਂ ਮੈਨੂੰ ਤੇ ਇਹਨਾਂ ਦੀ ਲੋੜ ਨਹੀਂ ਹੈਗੀ, ਮਗਰ ਉਹੀ ਸ਼ਾਪ ਜਦੋਂ ਕੋਈ ਮੈਨੂਫੈਕਚਰਿੰਗ ਯੂਨਿਟ ਬਣ ਜਾਵੇ, ਕੋਈ ਬਹੁਤ ਵੱਡੀ ਆਰਗੇਨਾਈਜੇਸ਼ਨ ਬਣ ਜਾਵੇ, ਤੇ ਤੁਹਾਨੂੰ ਵੀ ਇਹਦੀ ਲੋੜ ਪਏਗੀ। ਰਿਸਰਚ ਐਂਡ ਡਿਵੈਲਪਮੈਂਟ, ਤੁਸੀਂ ਅਗਲੇ ਪ੍ਰੋਡਕਟ ਬਣਾਉਣ ਲਈ ਕੋਈ ਰਿਸਰਚ ਐਂਡ ਡਿਵੈਲਪਮੈਂਟ ਕਰਨੀ ਆ, ਉਹਦਾ ਇੱਕ ਡਿਪਾਰਟਮੈਂਟ ਹੋ ਸਕਦਾ। ਇਸ ਕਰਕੇ ਤੁਹਾਨੂੰ ਇਹ ਸਾਰਾ ਕੁਝ ਕੀ ਸਮਝਾਇਆ ਜਾ ਰਿਹਾ, ਅਲੱਗ-ਅਲੱਗ ਡਿਪਾਰਟਮੈਂਟ ਸਾਨੂੰ ਪਤਾ ਹੋਣ ਕਿ ਕਿਸੇ ਵੀ ਆਰਗੇਨਾਈਜੇਸ਼ਨ 'ਚ ਕਿਸ ਤਰ੍ਹਾਂ ਦੇ ਡਿਪਾਰਟਮੈਂਟ ਹੋ ਸਕਦੇ ਨੇ। ਸਭ ਤੋਂ ਵਧੀਆ ਗੱਲ ਇਸ ਚੈਪਟਰ ਨੂੰ ਸਮਝਣ ਦੀ ਇਹ ਹੈਗੀ ਆ, ਤੁਹਾਨੂੰ ਇੱਕ ਬੇਸਿਕ ਸਮਝ ਆ ਜਾਏ ਕਿ ਕਿਸੇ ਇੰਡਸਟਰੀ ਵਿੱਚ, ਕਿਸੇ ਆਰਗੇਨਾਈਜੇਸ਼ਨ ਵਿੱਚ, ਕਿਸੇ ਫਰਮ ਵਿੱਚ ਕਿੰਨੇ ਅਲੱਗ-ਅਲੱਗ ਪ੍ਰਕਾਰ ਦੇ ਕੰਮ ਹੁੰਦੇ ਨੇ, ਅਲੱਗ-ਅਲੱਗ ਪ੍ਰਕਾਰ ਦੇ ਡਿਪਾਰਟਮੈਂਟ, ਅਲੱਗ-ਅਲੱਗ ਪ੍ਰਕਾਰ ਦੇ ਟਾਸਕ। ਤੇ ਉਹ ਟਾਸਕ ਨੂੰ ਅਗਰ ਆਪਾਂ ਸਮਝਣਾ ਹੈਗਾ ਆ ਤੇ ਆਪਾਂ ਨੂੰ ਉਹਦੀ ਸਪੈਸ਼ਲਾਈਜੇਸ਼ਨ ਹੋਣੀ ਚਾਹੀਦੀ ਹੈਗੀ। ਮੰਨ ਲਓ ਕਿਸੇ ਨੇ LLB ਕੀਤੀ ਹੈ, ਕਿ ਤੁਸੀਂ ਕਿਸੇ ਫਰਮ ਨੂੰ ਜੁਆਇਨ ਕਰ ਸਕਦੇ ਕਿ ਨਹੀਂ ਕਰ ਸਕਦੇ, ਕਰੋਗੇ ਤੇ ਕਿੱਚ ਕਰੋਗੇ ਜੀ, ਲੀਗਲ ਡਿਪਾਰਟਮੈਂਟ 'ਚ ਕਰ ਲੋਗੇ ਨਾ। ਤੁਸੀਂ IT ਦੇ ਬਹੁਤ ਮਾਹਿਰ ਹੈ, ਤੁਸੀਂ ਕੰਪਿਊਟਰ ਦੀ ਬਹੁਤ ਨੌਲੇਜ ਲਈ ਆ, ਤੁਸੀਂ ਬਹੁਤ ਸਾਰੀ ਲੈਂਗੁਏਜ ਜਾਣਦੇ ਹੈਗੇ ਜੇ, ਕੀ ਜੁਆਇਨ ਕਰੋਗੇ ਤੁਸੀਂ, ਇਨਫੋਰਮੇਸ਼ਨ ਟੈਕਨੋਲੋਜੀ ਡਿਪਾਰਟਮੈਂਟ ਜੁਆਇਨ ਕਰ ਲੋਗੇ। ਤੁਸੀਂ ਅਕਾਊਂਟੈਂਸੀ ਦੇ ਮਾਹਿਰ ਹੈ, ਤੁਸੀਂ ਫਾਈਨੈਂਸ ਨੂੰ ਬਹੁਤ ਵਧੀਆ ਮੈਨੇਜ ਕਰਦੇ ਜੇ, ਹਰ ਪ੍ਰਕਾਰ ਦਾ ਤੁਹਾਨੂੰ ਪਰਫਾਰਮਾ ਬਣਾਉਣਾ ਆਉਂਦਾ ਹੈਗਾ, ਹਰ ਪ੍ਰਕਾਰ ਦੇ ਤੁਹਾਨੂੰ ਫਾਈਨੈਂਸ ਦੀ ਜਾਣਕਾਰੀ ਹੈ, ਕੀ ਡਿਪਾਰਟਮੈਂਟ ਜੁਆਇਨ ਕਰੋਗੇ, ਅਕਾਊਂਟਿੰਗ ਡਿਪਾਰਟਮੈਂਟ ਕਰ ਸਕਦੇ ਹੋ। ਕੋਈ ਬੱਚਾ ਬਹੁਤ ਵਧੀਆ ਟ੍ਰੇਨਿੰਗ ਦੇ ਸਕਦਾ, ਉਹ ਹਿਊਮਨ ਰਿਸੋਰਸ ਨੂੰ ਮੈਨੇਜ ਕਰਨ 'ਚ ਬੜਾ ਮਾਹਿਰ ਹੈ, ਉਹ HR ਡਿਪਾਰਟਮੈਂਟ ਲੈ ਲੈਂਦਾ ਹੈਗਾ। ਇਸ ਤਰ੍ਹਾਂ ਸਪੈਸ਼ਲਾਈਜੇਸ਼ਨ ਜਿਹੜੀ ਹੁੰਦੀ ਆ, ਉਹ ਸਾਨੂੰ ਖੁਦ ਵੀ ਪਤਾ ਹੋਵੇ ਤੇ ਸਾਨੂੰ ਇਹ ਵੀ ਪਤਾ ਹੋਵੇ ਕਿ ਇੰਡਸਟਰੀ ਵਿੱਚ ਉਹਦੀ ਮੰਗ ਕਿਸ ਤਰ੍ਹਾਂ ਆਉਂਦੀ ਹੈ, ਤੇ ਸਾਡੇ ਲਈ ਬੜਾ ਆਸਾਨ ਹੋ ਜਾਏਗਾ। ਹੁਣ ਇਸ ਤੋਂ ਬਾਅਦ ਬੱਚੇ ਆਪਾਂ ਸਮਝਿਆ ਕਿ ਡਿਪਾਰਟਮੈਂਟਾਈਜੇਸ਼ਨ ਇਜ਼ ਅ ਪ੍ਰੋਸੈਸ ਆਫ ਗਰੁੱਪਿੰਗ ਰਿਲੇਟਡ ਟਾਸਕ, ਫੰਕਸ਼ਨਸ ਐਂਡ ਐਕਟੀਵਿਟੀਜ਼ ਕਿੱਥੇ, ਵਿਦਿਨ ਐਨ ਆਰਗੇਨਾਈਜੇਸ਼ਨ into separate departments. It is a method of structuring and organizing a company's workforce into smaller manageable unit to increase word आखिर फिर वही आ रहा कि इतना सब करना क्यों ਆਪਾਂ डिवीजन करनी ਆ, क्यों ਆਪਾਂ मैनेजेबल यूनिट बना रहे ਹੈਗੇ ਨੇ, क्यों वर्कफोर्स ਨੂੰ छोटे छोटे कंपार्टमेंट ਵਿੱਚ ਜਿਹਨੂੰ ਆਪਾਂ डिपार्टमेंट कर रहे हैं ਵੰਡ ਰਹੇ हैं। आखिरी लाइन की है बच्चों, टू इंक्रीज एफिशिएंसी, इफेक्टिवनेस एंड प्रोडक्टिविटी। ते ਇਹੋ ਹੀ ਇੱਕ ਹੋਰ ਮਕਸਦ ਹੁੰਦਾ ਹੈ। ਜੇ ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਇੰਟਰਵਿਊ ਤੁਹਾਨੂੰ ਪੁੱਛੇ ਕਿ ਤੁਸੀਂ ਸਾਡੇ ਵਾਸਤੇ ਕੀ ਕਰੋਗੇ, ਤੇ ਇਹੋ ਹੀ ਇੱਕ ਲਾਈਨ ਦਾ ਜਵਾਬ ਹੈਗਾ ਆ, ਟੂ ਇਨਕਰੀਜ਼ ਯੂਅਰ ਐਫੀਸ਼ੀਐਂਸੀ, ਇਫੈਕਟਿਵਨੈਸ ਐਂਡ ਪ੍ਰੋਡਕਟਿਵਿਟੀ। ਅਗਰ ਤੁਸੀਂ ਆਹ ਤਿੰਨ ਚੀਜ਼ਾਂ ਕਰਨ 'ਚ ਕਾਮਯਾਬ ਹੋ ਗਏ ਤੇ ਤੁਸੀਂ ਚੰਗੇ ਮੈਨੇਜਰ ਹੋ ਜਾਂਦੇ ਜੀ, ਉਹ ਆਰਗੇਨਾਈਜੇਸ਼ਨ ਕਾਮਯਾਬ ਹੋ ਜਾਂਦੀ, ਉਹ ਚੰਗੀ ਫਰਮ ਹੋ ਜਾਂਦੀ ਆ, ਉਹ ਆਪਣੇ ਕੰਪੀਟੀਟਰ ਤੋਂ ਕਿਤੇ ਅੱਗੇ ਲੰਘ ਜਾਂਦੀ ਹੈਗੀ ਆ। ਤੇ ਉਹਦੇ ਲਈ ਕਰਨਾ ਕੀ ਆ ਬੱਚੇ, ਡਿਪਾਰਟਮੈਂਟ ਬਣਾਉਣੇ ਨੇ, ਗਰੁੱਪਿੰਗ ਕਰਨੀ ਆ, ਫੰਕਸ਼ਨ ਬੇਸਡ ਹੋ ਸਕਦੀ ਹੈਗੀ ਆ, ਛੋਟੇ ਛੋਟੇ ਜਿਨ੍ਹਾਂ ਨੂੰ ਆਪਾਂ ਮੈਨੇਜ ਕਰ ਸਕਦੇ ਹਾਂ। ਅਗਰ ਅਸੀਂ ਇੰਨੀ ਵੱਡੀ ਯੂਨਿਟ ਬਣਾ ਲਈਏ ਜਿਹਨੂੰ ਆਪਾਂ ਮੈਨੇਜ ਹੀ ਨਹੀਂ ਕਰ ਸਕਦੇ ਤੇ ਆਪਾਂ ਨੂੰ ਮੰਨ ਕੇ ਚੱਲ ਵੀ ਸਾਰੇ ਕੰਮ ਇੱਥੇ ਹੁੰਦੇ ਨੇ, ਤੇ ਫਿਰ ਕੋਈ ਨਹੀਂ ਕੰਮ ਹੋ ਰਿਹਾ ਹੋਏਗਾ।
ਇਸ ਕਰਕੇ ਸਹੀ ਤਰੀਕਾ ਆ ਉਹਨਾਂ ਨੂੰ ਵੰਡ ਲੈਣਾ ਤਾਂ ਕਿ ਉਸ ਵੰਡ ਤੋਂ ਬਾਅਦ ਉਹ ਸਹੀ ਤਰੀਕੇ ਨਾਲ ਕੰਮ ਚੱਲ ਰਹੇ ਹੋਣ। ਤੇ ਅਗਰ ਤੁਸੀਂ ਆ ਕੰਮ 'ਚ ਕਾਮਯਾਬ ਹੋ ਗਏ ਤੇ ਤੁਸੀਂ ਚੰਗੇ ਮੈਨੇਜਰ ਕਹਿਲਾਉਂਦੇ ਜੀ। ਇਸ ਤੋਂ ਬਾਅਦ ਬੱਚੇ ਆਪਾਂ ਹੁਣ ਬਾਰ-ਬਾਰ ਇੱਕ ਗੱਲ ਕਰ ਰਹੇ ਹਾਂ ਫੰਕਸ਼ਨਲ ਬੇਸ ਦੀ। ਇਹ ਸਭ ਤੋਂ ਇੰਪੋਰਟੈਂਟ ਇਸ ਕਰਕੇ ਹੈ ਕਿ ਜਿੰਨੇ ਵੀ ਆਪਾਂ ਆਰਗੇਨਾਈਜੇਸ਼ਨ ਵੇਖਾਂਗੇ ਉਹਦੇ 'ਚ ਇਹ ਤਾਂ ਬਹੁਤ ਇੰਪੋਰਟੈਂਟ ਆ ਕਿ ਸਾਡੇ ਕੋਲ ਫੰਕਸ਼ਨ ਬੇਸਡ ਡਿਪਾਰਟਮੈਂਟੇਸ਼ਨ ਤੇ ਪਹਿਲਾ ਕੰਮ ਹੈਗਾ। ਇਹ ਨਹੀਂ ਹੋ ਸਕਦਾ ਕਿ ਆਪਾਂ ਜੀਓਗ੍ਰਾਫੀਕਲ ਵੰਡ ਲਿਆ ਹੈਗਾ ਤੇ ਸਾਡੇ ਕੋਲ ਇਹ ਫੰਕਸ਼ਨ ਬੇਸ ਹੈ ਹੀ ਨਹੀਂ ਹੈਗਾ। ਇਹ ਨਹੀਂ ਹੋ ਸਕਦਾ। ਸਭ ਤੋਂ ਪਹਿਲਾ ਫੰਕਸ਼ਨਲ ਬੇਸ ਹੈਗਾ ਆ, ਉਹ ਤੁਸੀਂ ਉਸ ਬੇਸ ਤੇ ਤੁਸੀਂ ਕੰਮ ਕਰਨਾ ਹੈਗਾ ਆ ਤੇ ਤੁਸੀਂ ਵੇਖਣਾ ਆ ਕਿ ਜੇ ਬਹੁਤ ਵੱਡੀ ਆਰਗੇਨਾਈਜੇਸ਼ਨ ਵੀ ਤੁਹਾਡੇ ਸਾਹਮਣੇ ਹੈਗੀ ਆ ਤੇ ਉਹਦੇ ਵਿੱਚ ਗਰੁੱਪਿੰਗ ਹੋਈ ਹੋਏਗੀ। ਸਿਮਿਲਰ ਟਾਸਕ ਜਿਹੜੇ ਹੋਣਗੇ ਉਹਨਾਂ ਦੀ ਐਕਟੀਵਿਟੀ ਰਿਲੇਟਡ ਹੋ ਸਕਦੇ ਹੈਗੇ ਨੇ ਤੇ ਉਹਨਾਂ ਨੂੰ ਇੱਕ ਸਿੰਗਲ ਡਿਪਾਰਟਮੈਂਟ ਦੇ ਦਿੰਦੇ ਆ। ਜਿਸ ਤਰ੍ਹਾਂ ਕਿ ਆਪਾਂ ਬਾਰ-ਬਾਰ ਗੱਲ ਕਰ ਰਹੇ ਹਾਂ, ਕੋਈ ਫਾਈਨੈਂਸ ਦਾ ਮਾਹਿਰ ਆ, ਅਕਾਊਂਟਿੰਗ ਲੈ ਰਿਹਾ ਹੈਗਾ। ਕੋਈ ਮਾਰਕੀਟਿੰਗ ਦਾ ਮਾਹਿਰ ਆ, ਉਹਨੂੰ ਆਪਾਂ ਮਾਰਕੀਟਿੰਗ ਦੇ ਦਿੱਤੀ। ਕੋਈ ਹਿਊਮਨ ਰਿਸੋਰਸ ਨੂੰ ਮੈਨੇਜ ਕਰ ਪਾਉਂਦਾ ਹੈ, ਉਹਨੂੰ HR ਡਿਪਾਰਟਮੈਂਟ ਦਿੱਤਾ। ਕੋਈ ਪ੍ਰੋਸੈਸ ਨੂੰ ਦੇਖ ਰਿਹਾ ਹੈਗਾ, ਆਪਰੇਸ਼ਨ ਦੇ ਉੱਤੇ। ਕੋਈ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਦੇ ਰਿਹਾ, ਕੋਈ ਪ੍ਰੋਡਕਸ਼ਨ ਨੂੰ ਦੇਖ ਰਿਹਾ ਹੈਗਾ। ਤੇ ਅਲੱਗ-ਅਲੱਗ ਆ ਡਿਪਾਰਟਮੈਂਟ ਜਿਹੜੇ ਹੈਗੇ ਨੇ, ਇਹਨਾਂ ਦਾ ਬੇਸ ਕੀ ਆ? ਉਹ ਹੈਗਾ ਫੰਕਸ਼ਨਲ। ਉੱਥੇ ਫੰਕਸ਼ਨ ਕੀ ਹੁੰਦੇ ਹੈਗੇ ਨੇ, ਉੱਥੇ ਕਿਸ ਤਰ੍ਹਾਂ ਦੇ ਫੰਕਸ਼ਨ ਕੀਤੇ ਜਾ ਰਹੇ ਨੇ, ਉਸ ਤਰ੍ਹਾਂ ਇਹ ਬੇਸਿਕ ਹੈ। ਇਸ ਤੋਂ ਬਿਨਾਂ ਤਾਂ ਆਪਾਂ ਚੱਲ ਨਹੀਂ ਸਕਦੇ। ਇਹ ਹੋਣ ਤੋਂ ਬਾਅਦ ਫਿਰ ਆਪਾਂ ਫਰਦਰ ਵੀ ਸੋਚ ਸਕਦੇ ਹੈਗੇ ਹਾਂ ਕਿ ਹੋਰ ਕਿਹੜੇ ਤਰੀਕੇ ਹੁੰਦੇ ਆ, ਪਰ ਇਹ ਬੇਸਿਕ ਚੀਜ਼ ਤੁਸੀਂ ਹਰਦਮ ਸਮਝਣੀ ਆ। ਇਹਦੇ ਪੁਆਇੰਟਸ ਹਰਦਮ ਆਪਣੇ ਦਿਮਾਗ 'ਚ ਰੱਖਣੇ ਹੈਗੇ ਆ। ਤੇ ਮੈਂ ਬਾਰ-ਬਾਰ ਕਹਿਣਾ ਹੁੰਦਾ, ਆਪਣੀ ਜਾਣਕਾਰੀ 'ਚ ਇਹ ਵਾਧਾ ਵੀ ਕਰਨਾ ਕਿ ਮੈਂ ਕਿਸ ਸਪੈਸ਼ਲਾਈਜੇਸ਼ਨ ਕਰ ਰਿਹਾ ਹਾਂ। ਅਗਰ ਉਹ ਮੈਨੂੰ ਕਲੀਅਰ ਹੋ ਗਿਆ ਤੇ ਮੇਰੇ ਲਈ ਬਹੁਤ ਆਸਾਨ ਹੋ ਜਾਏਗਾ। ਜੇ ਅਗਰ ਉਹ ਮੈਂ ਕਲੀਅਰ ਨਹੀਂ ਕਰ ਪਾ ਰਿਹਾ ਤੇ ਸਾਰੇ ਕੰਮ ਪਿੱਛੇ ਰਹਿ ਜਾਂਦੇ ਹੈਗੇ। ਹੁਣ ਵੇਖੋ, ਮੈਂ ਕਲਿੱਪ ਦੀ ਇੱਕ ਪਿਕਚਰ ਤੁਹਾਡੇ ਸਾਹਮਣੇ, ਇਮੇਜ ਤੁਹਾਡੇ ਸਾਹਮਣੇ ਪ੍ਰਸਤੁਤ ਕਰ ਰਿਹਾ। ਇਹਦਾ ਮਤਲਬ ਕੀ ਹੈਗਾ? ਕਿਉਂ ਕਲਿੱਪ ਦਾ ਮਤਲਬ ਹੁੰਦਾ ਨਾ ਕਿਸੇ ਚੀਜ਼ ਨੂੰ ਬੰਨ ਲੈਣਾ ਇੱਕ ਚੀਜ਼ ਵਿੱਚ, ਤੇ ਉਸ ਚੀਜ਼ ਨੂੰ ਮੈਂ ਸਾਬਿਤ ਕਰਨਾ ਚਾਹੁੰਦਾ ਕਿ ਡਿਪਾਰਟਮੈਂਟ ਕੀ ਕਰਦੇ ਨੇ। ਉਹ ਡਿਵਾਈਡ ਕਰਦੇ ਨੇ ਲਾਰਜ ਕੰਪਲੈਕਸ ਨੂੰ ਕਿਹਦੇ ਵਿੱਚ? ਸਮਾਲਰ ਤੇ ਮੈਨੇਜੇਬਲ ਯੂਨਿਟ ਵਿੱਚ। ਕਿ ਵੀ ਆਹ ਇੱਕ ਛੋਟੀ ਯੂਨਿਟ ਹੈਗੀ ਹੈ ਜਿਹਨੂੰ ਆਪਾਂ ਮੈਨੇਜ ਕਰ ਸਕਦੇ ਨੇ ਤੇ ਇਹਦੇ ਵਿੱਚ ਕਲੈਰਿਟੀ ਰਹੂਗੀ। ਕਾਦੀ? ਰੋਲਸ ਐਂਡ ਰਿਸਪੌਂਸਿਬਿਲਿਟੀ। ਉਹਦੇ ਚ ਇੰਪਰੂਵਮੈਂਟ ਰਹੇਗੀ। ਕਾਦੀ? ਕੋਆਰਡੀਨੇਸ਼ਨ ਦੀ। ਪਤਾ ਹੈ ਵੀ ਕਿੰਨੇ ਕੀ ਕਰਨਾ ਤੇ ਕਿੰਨੂੰ ਆਪਣਾ ਹੁਕਮ ਲੈਣਾ ਤੇ ਕਿੰਨੂੰ ਆਪਣਾ ਹੁਕਮ ਦਾ ਜਵਾਬ ਦੇਣਾ ਕਿ ਮੈਂ ਕੰਮ ਪੂਰਾ ਕਰ ਲਿਆ ਹੈਗਾ। ਸੁਪਰਵਾਈਜ਼ਰ ਬੈਟਰ ਕਿੱਥੇ ਹੋਏਗੀ? ਜਦੋਂ ਡਿਪਾਰਟਮੈਂਟ ਬਣੇ ਹੋਣਗੇ, ਕਿਉਂਕਿ ਪਤਾ ਹੈ ਸੁਪਰਵਾਈਜ਼ਰ ਨੂੰ ਕਿ ਮੇਰੇ ਕੋਲ ਜਿਹੜੇ 10 EMPLOYE ਹੈਗੇ ਨੇ, ਇਹਨਾਂ ਤੋਂ ਮੈਂ ਕੀ ਕੰਮ ਲੈਣਾ ਹੈਗਾ। ਉਹਨਾਂ ਦੇ ਰੋਲ ਪਤਾ ਨੇ, ਕੋਆਰਡੀਨੇਸ਼ਨ ਪਤਾ ਹੈਗੀ ਆ, ਸੁਪਰਵਿਜ਼ਨ ਈਜ਼ੀ ਹੋ ਗਿਆ। ਐਫੀਸ਼ੀਐਂਟ ਯੂਜ਼ ਆਫ ਰਿਸੋਰਸ, ਮੇਨ ਮਕਸਦ ਇਹੋ ਹੀ ਹੈ ਨਾ ਕਿ ਡਿਪਾਰਟਮੈਂਟ ਕਰਨਾ ਕਿਉਂ ਆ, ਕਿਉਂ ਨੀਡ ਹੈ ਸਾਨੂੰ? ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਜਿਹੜੇ ਰਿਸੋਰਸ ਅਵੇਲੇਬਲ ਨੇ, ਚਾਹੇ ਹਿਊਮਨ ਦੇ ਫਾਰਮ 'ਚ, ਚਾਹੇ ਮਸ਼ੀਨਰੀ ਦੇ ਰੂਪ 'ਚ, ਚਾਹੇ ਸਾਡੇ ਕੋਲ ਇਨਵੈਂਟਰੀ ਦੇ ਰੂਪ 'ਚ, ਚਾਹੇ ਸਾਡੇ ਕੋਲ ਰॉ ਮਟੀਰੀਅਲ ਦੇ ਰੂਪ 'ਚ, ਉਹਨਾਂ ਨੂੰ ਆਪਾਂ ਐਫੀਸ਼ੀਐਂਟਲੀ ਯੂਜ਼ ਕਰ ਪਾਈਏ। ਕਿਸ ਤਰ੍ਹਾਂ ਕਰ ਪਾਵਾਂਗੇ? ਜਦੋਂ ਡਿਪਾਰਟਮੈਂਟ ਬਣੇ ਹੋਣਗੇ। ਬੱਚੇ ਜਦੋਂ ਵੀ ਕੋਈ ਚੈਪਟਰ ਪੜ੍ਹਦੇ ਆ ਨਾ, ਪਹਿਲਾਂ ਤਾਂ ਸਾਨੂੰ ਉਹਦੇ ਬੇਸਿਕ ਕਰੈਕਟਰ ਪਤਾ ਹੋਵੇ, ਉਹਦੀ ਡੈਫੀਨੇਸ਼ਨ ਪਤਾ ਹੋਵੇ, ਉਹਦੇ ਕੁਝ ਐਗਜ਼ਾਮਪਲ ਪਤਾ ਹੋਣ ਤੇ ਉਸ ਤੋਂ ਬਾਅਦ ਸਾਨੂੰ ਉਹਦੀ ਨੀਡ ਤੇ ਇੰਪੋਰਟੈਂਸ, ਇਹਨੂੰ ਐਡਵਾਂਟੇਜ ਵੀ ਆਪਾਂ ਕਹਿ ਦਿੰਦੇ ਆ, ਉਹ ਪਤਾ ਹੋਵੇ। ਉਸ ਤੋਂ ਬਾਅਦ ਉਹਦੇ ਅੰਦਰ ਆਉਣ ਵਾਲੀਆਂ ਮੁਸ਼ਕਲਾਂ ਪਤਾ ਹੋਣ। ਤੇ ਮੈਨੂੰ ਲੱਗਦਾ ਕਿ ਕਰੀਬ ਸਾਡਾ ਪੂਰਾ ਚੈਪਟਰ ਕੰਪਲੀਟ ਹੋ ਜਾਂਦਾ ਇਹਨਾਂ ਚੀਜ਼ਾਂ ਦੇ ਨਾਲ। ਬਹੁਤ ਸਾਰੇ ਬੱਚੇ ਕਨਫਿਊਜ਼ ਰਹਿੰਦੇ ਨੇ ਕਿ ਇਸ ਚੈਪਟਰ ਵਿੱਚ ਮੈਂ ਕੀ ਸਮਝਣਾ ਹੈਗਾ। ਕੋਈ ਵੀ ਚੈਪਟਰ ਚਾਹੇ ਜ਼ਿੰਦਗੀ ਦਾ ਤੁਹਾਡੇ ਸਾਹਮਣੇ ਆਉਂਦਾ ਆ, ਤੁਸੀਂ ਸੋਚਿਆ ਕਰੋ ਕਿ ਕੀ ਮੈਨੂੰ ਡਿਫਾਈਨ ਕਰ ਪਾਵਾਂਗਾ, ਮੈਨੂੰ ਉਹਦੀ ਸਮਝ ਆ ਗਈ ਆ, ਮੈਨੂੰ ਵਿਆਖਿਆ ਕਰ ਪਾਵਾਂਗਾ, ਉਹਦੀ ਦੱਸ ਪਾਵਾਂਗਾ ਕਿ ਕੀ ਮੈਂ ਪੜ੍ਹਿਆ ਹੈਗਾ। ਜਿਹੜੀਆਂ 3 ਲਾਈਨ ਦੀ ਡੈਫੀਨੇਸ਼ਨ ਸੀ, ਉਹਨੂੰ ਮੈਂ 6 ਤੋਂ 9 ਲਾਈਨਾਂ ਸਮਝਾ ਪਾਵਾਂਗਾ ਕਿ ਇੰਨੀ ਸਮਝ ਪੈਦਾ ਹੋ ਗਈ ਆ। ਫਿਰ ਜਿਹੜੀ ਚੀਜ਼ ਹੈਗੀ ਉਹ ਕੋਈ ਉਹਦਾ ਮੈਂ ਕੁਝ ਐਗਜ਼ਾਮਪਲ ਦੇ ਪਾਵਾਂਗਾ, ਕੁਝ ਪ੍ਰੈਕਟੀਕਲ ਐਗਜ਼ਾਮਪਲ ਹੁੰਦੇ ਨੇ ਨਾ, ਉਹ ਦੇ ਪਾਵਾਂਗਾ। ਉਸ ਤੋਂ ਬਾਅਦ ਮੈਂ ਵੇਖਣਾ ਆ ਕਿ ਉਹਦੀ ਇੰਪੋਰਟੈਂਟ ਨੀਡ ਹੈ ਕੀ ਸੀ। ਆ ਜਿਹੜੀ ਇੰਨੀ ਥਿਊਰੀ ਪੜ੍ਹੀ ਜਾ ਰਹੀ ਸੀ, ਉਹ ਕਿਉਂ ਪੜ੍ਹੀ ਜਾ ਰਹੀ ਸੀ? ਉਹਦਾ ਕੁਝ ਨੀਡ ਹੁੰਦੀ ਆ। ਉਹ ਨੀਡ ਆਪਾਂ ਪੜ੍ਹ ਰਹੇ ਹਾਂ, ਉਹ ਕੀ ਹੋ ਸਕਦੀ ਹੈ? ਬੈਟਰ ਕਮਿਊਨੀਕੇਸ਼ਨ ਹੋ ਸਕਦਾ। ਅਗਰ ਡਿਪਾਰਟਮੈਂਟ ਬਣੇ ਫਿਰ ਹੀ ਤਾਂ ਪਤਾ ਲੱਗੂਗਾ ਕਿੰਨੂੰ ਜਾਣਕਾਰੀ ਦੇਣੀ ਹੈਗੀ ਆ। ਪਲੈਨਿੰਗ ਤੇ ਡਿਸੀਜਨ ਮੇਕਿੰਗ ਦੀ ਫੈਸਿਲਿਟੇਸ਼ਨ ਬੜੀ ਈਜ਼ੀ ਹੋ ਜਾਂਦੀ ਹੈਗੀ ਆ। ਇਨਹਾਂਸ ਕਸਟਮਰ ਸੈਟੀਸਫੈਕਸ਼ਨ, ਇਹ ਵੀ ਆਸਾਨ ਹੋ ਜਾਂਦਾ। ਅਸੀਂ ਪੜ੍ਹਿਆ ਸੀ ਨਾ, ਇੱਥੋਂ ਤੱਕ ਡਿਵਾਈਡ ਆਪਾਂ ਕਰ ਦਿੰਦੇ ਹਾਂ ਕਿ ਕਿਹੜੇ ਕਸਟਮਰ ਨੂੰ ਕੌਣ ਡੀਲ ਕਰੇਗਾ। ਐਡਮਿਨਿਸਟ੍ਰੇਟਿਵ ਕੰਟਰੋਲ ਈਜ਼ੀ ਹੋ ਜਾਂਦੇ ਨੇ, ਕਿਉਂਕਿ ਪਤਾ ਹੈ ਨਾ ਕਿ ਸੁਪਰਵਿਜ਼ਨ ਕਰਨੀ ਕਿਸ ਤਰ੍ਹਾਂ ਹੈ, ਕੌਣ ਬੰਦਾ ਕਿਸ ਕੰਮ ਵਾਸਤੇ ਰਿਸਪੌਂਸਿਬਲ ਆ, ਕਿੰਨੇ ਕਿੰਨਾ ਕੋਆਰਡੀਨੇਟ ਕਰਨਾ ਸੀ, ਕਿੰਨੇ ਕਿਸ ਰਿਸੋਰਸ ਨੂੰ ਯੂਜ਼ ਕਰਨਾ ਸੀ।
ਇਹ ਬੜਾ ਹੀ ਆਸਾਨ ਹੋ ਗਿਆ। ਤੇ ਡਿਵੈਲਪਮੈਂਟ ਆਫ ਮੈਨੇਜਰਸ, ਆਪਾਂ ਤਾਂ ਹੀ ਅਲੱਗ-ਅਲੱਗ ਪ੍ਰਕਾਰ ਦੇ ਮੈਨੇਜਰਸ ਬਣਾ ਪਾਉਂਦੇ ਨੇ ਜਦੋਂ ਸਾਨੂੰ ਇਸ ਚੀਜ਼ ਦੀ ਕਲੈਰਿਟੀ ਹੁੰਦੀ। ਅਗਰ ਸਾਨੂੰ ਕਲੈਰਿਟੀ ਨਹੀਂ, ਆਪਾਂ ਨਹੀਂ ਬਣਾ ਪਾਵਾਂਗੇ। ਇਸ ਕਰਕੇ ਇਸ ਚੀਜ਼ ਦੀ ਬਹੁਤ ਸਮਝ ਰੱਖੋ ਪਿਆਰੇ ਬੱਚਿਓ ਕਿ ਉਹਨਾਂ ਦੀ ਨੀਡ ਕੀ। ਅਗਰ ਇਹ ਕੁਐਸਚਨ ਦੇ ਰੂਪ ਚ ਵੀ ਆਉਂਦਾ ਤਾਂ ਵੀ ਤੁਹਾਨੂੰ ਪਤਾ ਹੋਵੇ। ਅਗਰ ਤੁਹਾਨੂੰ ਕਿਸੇ ਇੰਡਸਟਰੀ 'ਚ ਤੁਸੀਂ ਜਾ ਰਹੇ ਜੇ, ਕਿਸੇ ਪਾਰਟਿਕੂਲਰ ਫਰਮ ਨੂੰ ਤੁਸੀਂ ਜੁਆਇਨ ਕਰ ਰਹੇ ਜੇ, ਤੁਹਾਨੂੰ ਪਤਾ ਹੋਵੇ ਕਿ ਉਹਦੇ ਅੰਦਰ ਮੈਂ ਡਿਪਾਰਟਮੈਂਟ ਕਿਉਂ ਬਣਾਉਣੇ ਨੇ। ਅਗਰ ਉੱਥੇ ਡਿਪਾਰਟਮੈਂਟ ਨਹੀਂ ਬਣੇ ਤੇ ਕਿਉਂ ਨਹੀਂ ਬਣੇ, ਉੱਥੇ ਕਮੀ ਕਿੱਥੇ ਆ ਰਹੀ ਹੈਗੀ ਹੈ। ਅਗਰ ਉਹਨਾਂ ਦੀ ਵੰਡ ਗਲਤ ਹੈ ਤਾਂ ਕਿਉਂ ਗਲਤ ਹੈਗੀ ਆ। ਤੇ ਇਸ ਚੀਜ਼ ਦੀ ਸਮਝ ਤਾਂ ਹੋਗੀ ਜੇ ਤੁਹਾਨੂੰ ਆਹ 9 ਪੁਆਇੰਟਸ ਯਾਦ ਹੋਣਗੇ, ਸਮਝ ਹੋਣਗੇ, ਇਹਦੀ ਤੁਹਾਨੂੰ ਸਮਝ ਪੈਦਾ ਹੋ ਜਾਏਗੀ ਤੇ ਫਿਰ ਤੁਹਾਨੂੰ ਬੜਾ ਹੀ ਆਸਾਨ ਲੱਗੇਗਾ। ਤੁਹਾਨੂੰ ਲੱਗੇਗਾ ਹਾਂ ਮੈਨੂੰ ਇਹਦੇ ਬਾਰੇ ਕਲੈਰਿਟੀ ਆ। ਇਹ ਤੋਂ ਬੱਚੇ ਫੈਕਟਰ, ਕਿਹੜੇ ਫੈਕਟਰ ਇਹਨੂੰ ਹੈਗੇ ਨੇ ਜਿਹੜੇ ਇੰਪੈਕਟ ਕਰਦੇ ਹੈਗੇ ਨੇ, ਉਹ ਕਿਹੜੇ ਨੇ? ਸਾਈਜ਼ ਕਿਸ ਤਰ੍ਹਾਂ ਦਾ ਹੈ, ਕੰਪਲੈਕਸਿਟੀ ਕਿਸ ਤਰ੍ਹਾਂ ਦੀ ਆਰਗੇਨਾਈਜੇਸ਼ਨ। ਬਹੁਤ ਛੋਟੀ ਆਰਗੇਨਾਈਜੇਸ਼ਨ ਹੈ, ਅਲੱਗ ਪ੍ਰਕਾਰ ਦੇ ਡਿਪਾਰਟਮੈਂਟ ਹੋਣਗੇ। ਬਹੁਤ ਵੱਡੀ ਆ, ਅਲੱਗ ਪ੍ਰਕਾਰ ਦੇ ਹੋਣਗੇ। ਕਿਤੇ ਤੇ ਇੰਨੀ ਵੱਡੀ ਹੋ ਜਾਂਦੀ ਆ ਕਿ ਸਾਨੂੰ ਅਲੱਗ-ਅਲੱਗ ਪ੍ਰੋਡਕਟ ਵਾਸਤੇ ਦੇਣੇ ਪੈਂਦੇ। ਕਿੰਨੀ ਇੰਨੀ ਵੱਡੀ ਹੁੰਦੀ ਆ, ਅਲੱਗ-ਅਲੱਗ ਜੀਓਗ੍ਰਾਫੀਕਲ ਰੀਜਨ ਵਾਸਤੇ ਅਲੱਗ-ਅਲੱਗ ਦੇਣੇ ਪੈਂਦੇ। ਤੇ ਇਸ ਕਰਕੇ ਸਾਈਜ਼ ਤੇ ਕੰਪਲੈਕਸਿਟੀ ਵੇਖ ਲਓ। ਫਿਰ ਟਾਈਪ ਆਫ ਬਿਜ਼ਨਸ ਐਕਟੀਵਿਟੀ ਵੇਖ ਲਓ, ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਉੱਥੇ ਹੁੰਦੀਆਂ ਨੇ। ਸਟ੍ਰੈਟਜੀ ਐਂਡ ਗੋਲ ਆਫ ਆਰਗੇਨਾਈਜੇਸ਼ਨ ਵੇਖ ਲਓ ਕਿ ਕਿਸ ਤਰ੍ਹਾਂ ਦੇ ਗੋਲ ਆਪਾਂ ਉੱਥੇ ਬਣਾਉਣੇ ਹੈਗੇ। ਟੈਕਨੋਲੋਜੀ ਕਿਸ ਤਰ੍ਹਾਂ ਦੀ ਚੱਲਦੀ ਆ। ਐਕਸਟਰਨਲ ਫੈਕਟਰ ਉਹਨੂੰ ਕਿਹੜੇ-ਕਿਹੜੇ ਮਿਲਦੇ ਨੇ। EMPLOYE ਦੀ ਸਕਿੱਲ ਲੈਵਲ ਕੀ ਹੈਗਾ ਤੇ ਵਰਕ ਐਂਡ ਪ੍ਰੋਸੈਸ ਉੱਥੇ ਕਿਹੜੇ-ਕਿਹੜੇ ਚੱਲਦੇ ਨੇ। ਇਨਵਾਇਰਨਮੈਂਟ ਕਿਸ ਤਰ੍ਹਾਂ ਦਾ, ਇਹ ਸਾਰੀਆਂ ਚੀਜ਼ਾਂ ਇਫੈਕਟ ਕਰ ਰਹੀਆਂ ਹੋਣਗੀਆਂ। ਉਹਦੇ ਮੁਤਾਬਿਕ ਹੀ ਸਾਡੇ ਅਲੱਗ-ਅਲੱਗ ਡਿਪਾਰਟਮੈਂਟ ਬਣਨਗੇ। ਉਹ ਵੰਡ ਵੀ ਉੱਤੇ ਮੁਤਾਬਿਕ ਅਲੱਗ-ਅਲੱਗ ਆ। ਬਾਕਸ ਤੁਸੀਂ ਵੇਖ ਰਹੇ ਜੇ ਨਾ ਇਮੇਜ ਵਿੱਚ, ਇਹ ਵੇਖੋ ਕੀ ਹੈਗਾ। ਇਸ ਡਿਪਾਰਟਮੈਂਟ ਵਾਂਗੂ ਆਪਾਂ ਅਲਮੀਰਾ ਵੀ ਆਪਣੇ ਘਰ ਚ ਲੈਂਦੇ ਆ ਤੇ ਅਲੱਗ-ਅਲੱਗ ਖਾਨਿਆਂ ਦੀ ਅਲੱਗ-ਅਲੱਗ ਯੂਜ਼ ਕਰਦੇ ਆ ਨਾ। ਉਹ ਚੀਜ਼ ਡਿਪਾਰਟਮੈਂਟ ਹੈ ਪਿਆਰੇ ਬੱਚਿਓ, ਮਗਰ ਉਹਨਾਂ ਦੇ ਫੈਕਟਰ ਸਾਨੂੰ ਪਤਾ ਹੋਣੇ ਚਾਹੀਦੇ ਕਿ ਕਿਹੜੇ ਫੈਕਟਰ ਇਫੈਕਟ ਪਾ ਸਕਦੇ ਹਨ। ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਨੀਡ ਦੀ, ਕਿਸ ਦੀ। ਉਸੇ ਚੀਜ਼ ਨੂੰ ਆਪਾਂ ਅਗਰ ਐਡਵਾਂਟੇਜ ਦੇ ਰੂਪ ਸਮਝਣ ਦੀ ਕੋਸ਼ਿਸ਼ ਕਰੀਏ ਤੇ ਕਿਉਂ ਕੋਆਰਡੀਨੇਸ਼ਨ ਵਧੇਗਾ, ਸਪੈਸ਼ਲਾਈਜੇਸ਼ਨ ਵਧੇਗੀ, ਬੈਟਰ ਯੂਟਿਲਾਈਜੇਸ਼ਨ ਆਫ ਰਿਸੋਰਸ ਹੋਏਗਾ, ਇੰਪਰੂਵਡ ਕਮਿਊਨੀਕੇਸ਼ਨ ਹੋਏਗੀ, ਕਲੈਰਿਟੀ ਆਫ ਰਿਸਪੌਂਸਿਬਿਲਿਟੀ। ਇਹ ਬੇਸਿਕ 5 ਚੀਜ਼ਾਂ ਸੀ। ਆਪਾਂ ਪਹਿਲਾਂ ਉਹਨੂੰ ਨੀਡ ਦੇ ਰੂਪ ਚ ਵੀ ਸਮਝ ਲਿਆ। ਅਗਰ ਉਹ ਐਡਵਾਂਟੇਜ ਦੇ ਰੂਪ ਚ ਵੀ ਆ ਜਾਂਦਾ ਤਾਂ ਵੀ ਸਾਨੂੰ ਪਤਾ ਹੋਵੇ। ਅਗਰ 4 ਮਾਰਕਸ ਦਾ ਕੁਐਸਚਨ ਆ ਜਾਂਦਾ ਹੈਗਾ ਤਾਂ ਸਾਨੂੰ ਕਮ ਸੇ ਕਮ 4 ਪੁਆਇੰਟਸ ਕਲੀਅਰ ਹੋਣ। ਇਸ ਕਰਕੇ ਅਸੀਂ ਇਹਨੂੰ ਰਿਪੀਟ ਕਰਦੇ ਰਹਿੰਦੇ ਹਾਂ ਕਿ ਬੱਚਿਆਂ ਨੂੰ ਇਹਦੀ ਕਲੈਰਿਟੀ ਰਵੇ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਆਪਾਂ ਪੁੱਟ ਅਪ ਕਰਨੀ ਹੈ। ਕੁਐਸਚਨ ਦੇ ਰੂਪ ਚ ਵੀ ਸਾਨੂੰ ਆਨਸਰ ਪਤਾ ਹੋਵੇ, ਜਦੋਂ ਸਾਨੂੰ ਕੋਈ ਇੰਟਰਵਿਊ ਤੇ ਪੁੱਛ ਰਿਹਾ ਤਾਂ ਵੀ ਪਤਾ ਹੋਵੇ, ਇੱਕ ਬੇਸਿਕ ਸਮਝ ਵੀ ਉਸ ਚੀਜ਼ ਦੀ ਹੋਵੇ। ਅਗਰ ਆ ਸਾਰੀਆਂ ਚੀਜ਼ਾਂ ਸਾਨੂੰ ਪਤਾ ਆ, ਸਾਡੇ ਲਈ ਬੜਾ ਆਸਾਨ ਹੋ ਜਾਏਗਾ। ਤੇ ਹੁਣ ਐਡਵਾਂਟੇਜ ਤੋਂ ਬਾਅਦ ਇੱਕ ਚੀਜ਼ ਰਹਿ ਜਾਂਦੀ ਹੈਗੀ ਆ ਡਿਸਐਡਵਾਂਟੇਜ। ਦੇਖੋ ਡਿਸਐਡਵਾਂਟੇਜ ਐਗਜ਼ੈਕਟਲੀ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ, ਮਗਰ ਅਸੀਂ ਇਹ ਸਮਝਣਾ ਹੁੰਦਾ ਆ ਕਿ ਮੁਸ਼ਕਲਾਂ ਕੀ ਹੋਣਗੀਆਂ, ਕੀ ਕਾਰਨ ਹੋ ਸਕਦੇ ਨੇ। ਅਗਰ ਆਪਾਂ ਇਹ ਥਿਊਰੀ ਪੜ੍ਹ ਲਈ, ਹੁਣ ਲੱਗਦਾ ਵੀ ਸਾਰੀਆਂ ਚੀਜ਼ਾਂ ਆਪਾਂ ਲਾਗੂ ਕਰ ਦੇਣੀਆਂ ਜਾ ਕੇ। ਅਸੀਂ ਜੀਓਗ੍ਰਾਫੀਕਲ ਰੀਜ਼ਨ ਬਣਾ ਦਿੰਦੇ ਆ ਉਹਦੇ, ਜਿਹੜਾ ਹਜੇ ਮੰਨ ਲਓ ਇੱਕ ਜਗ੍ਹਾ ਤੇ ਕੰਮ ਚੱਲ ਰਿਹਾ। ਮੰਨ ਲਓ ਮੈਂ ਅੰਮ੍ਰਿਤਸਰ 'ਚ ਹੀ ਕੰਮ ਕਰ ਰਿਹਾ ਹੈਗਾ ਸੀ ਤੇ ਮੈਂ ਜੀਓਗ੍ਰਾਫੀਕਲ ਰੀਜ਼ਨ ਬਣਨ ਚੱਲ ਜਾਣਾ ਹੈਗਾ। ਮੇਰਾ ਹਜੇ ਦੁਕਾਨ ਇੱਕ ਬਹੁਤ ਛੋਟੀ ਜੀ ਆ ਤੇ ਮੈਂ ਉਹਦੀ ਡਿਪਾਰਟਮੈਂਟਾਈਜੇਸ਼ਨ ਕਰਨ ਦਾ ਪੈਣਾ, ਮੁਸ਼ਕਲ ਆ ਜਾਏਗੀ। ਇਸ ਮੁਸ਼ਕਲ ਨੂੰ ਬਚਣ ਲਈ ਸਾਨੂੰ ਉਹਦੇ ਬੇਸਿਕ ਡਿਸਐਡਵਾਂਟੇਜ ਪਤਾ ਹੋਣੇ ਚਾਹੀਦੇ। ਬੱਚੇ ਇੱਕ ਤੇ ਕਈ ਵਾਰ ਲਾਸ ਆਫ ਯੂਨਿਟੀ ਹੋ ਜਾਂਦਾ। ਸਾਰੇ ਸੋਚਦੇ ਕਿ ਨਹੀਂ ਮੇਰਾ ਇਹ ਪਾਰਟਿਕੂਲਰ ਕੰਮ ਹੈ, ਮੈਨੂੰ ਕੋਈ ਮਤਲਬ ਨਹੀਂ ਬਾਕੀ ਉੱਥੇ ਕੀ ਹੋ ਰਿਹਾ ਹੈਗਾ। ਇਸ ਚੀਜ਼ ਦੀ ਵੀ ਕਿਤੇ ਨਾ ਕਿਤੇ ਆਪਾਂ ਕਾਰਨ ਸਮਝ ਕੇ ਰੱਖਣਾ ਕਿ ਆਪਾਂ ਯੂਨਿਟੀ ਫਿਰ ਬਣਾ ਕੇ ਰੱਖਣੀ ਆ। ਕਾਸਟ ਇਨਕਰੀਜ਼ ਹੋ ਜਾਂਦੀ ਹੈਗੀ, ਬਿਊਰੋਕ੍ਰੇਸੀ ਆ ਜਾਂਦੀ ਹੈਗੀ ਆ ਕਿ ਬਈ ਇਹ ਪਾਰਟਿਕੂਲਰਲੀ ਇਸ ਤਰ੍ਹਾਂ ਕੰਮ ਹੋਏਗਾ, ਇਸ ਤੋਂ ਅੱਗੇ ਪਿੱਛੇ ਨਹੀਂ ਹੋ ਸਕਦਾ। ਫਲੈਕਸੀਬਿਲਿਟੀ 'ਚ ਕਮੀ ਆ ਜਾਂਦੀ ਹੈਗੀ, ਕਮਿਊਨੀਕੇਸ਼ਨ ਬੈਰੀਅਰ ਆ ਜਾਂਦੇ ਕਿ ਇੱਕ ਡਿਪਾਰਟਮੈਂਟ ਆਪਣਾ ਹੀ ਲੱਗਾ ਹੋਇਆ, ਉਹਨੂੰ ਦੂਸਰੇ ਨਾਲ ਕੋਆਰਡੀਨੇਸ਼ਨ ਹੀ ਨਹੀਂ ਹੈਗੀ। ਇੱਕ ਹੀ ਸਪੈਸ਼ਲਾਈਜੇਸ਼ਨ ਸਭ ਲੱਗੇ ਰਹਿੰਦੇ, ਕੁਛ ਨਵਾਂ ਸਿੱਖਣ ਨੂੰ ਤਿਆਰ ਨਹੀਂ ਤੇ ਕਈ ਵਾਰ ਆਪਸ ਵਿੱਚ ਡਿਪਾਰਟਮੈਂਟ ਲੜਦੇ ਰਹਿ ਜਾਂਦੇ ਹੈਗੇ ਨੇ। ਕਿਆ ਸਹੀ ਸੀ ਜਾਂ ਗਲਤ ਸੀ, ਅਸੀਂ ਸਹੀ ਕੰਮ ਕਰ ਰਹੇ ਹਾਂ, ਫਲਾਣਾ ਡਿਪਾਰਟਮੈਂਟ ਗਲਤ ਕਰ ਰਿਹਾ ਹੈਗਾ। ਇਹ ਡਿਸਐਡਵਾਂਟੇਜ ਆਪਾਂ ਨੂੰ ਕਿਉਂ ਸਮਝੇ, ਤਾਂ ਕਿ ਜਦੋਂ ਤੁਸੀਂ ਜਾਓ ਐਜ਼ ਅ ਮੈਨੇਜਰ ਤੁਹਾਨੂੰ ਪਤਾ ਹੋਵੇ ਕਿ ਇਹ ਡਿਪਾਰਟਮੈਂਟ ਕਿਤੇ ਆਪਸ ਵਿੱਚ ਯੂਨਿਟੀ ਦਾ ਲਾਸ ਤੇ ਨਹੀਂ ਸਾਬਿਤ ਹੋ ਰਿਹਾ, ਕਾਸਟ ਨਹੀਂ ਬਹੁਤ ਇਨਕਰੀਜ਼ ਹੋਗੀ, ਬਹੁਤ ਲਾਲ ਫੀਤਾਸ਼ਾਹੀ ਤੇ ਨਹੀਂ ਹੋਗੀ ਕਿ ਬਈ ਹੁਕਮ ਆਏਗਾ ਤੇ ਕਰਾਂਗੇ ਨਹੀਂ ਤੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਕੰਪਨੀ ਦੀ ਤਰੱਕੀ ਨਾਲ। ਕਿਤੇ ਫਲੈਕਸੀਬਿਲਿਟੀ ਤੇ ਨਹੀਂ ਮੈਂ ਡਿਕਰੀਜ਼ ਕਰਤੀ, ਕੋਈ ਕਮਿਊਨੀਕੇਸ਼ਨ ਬੈਰੀਅਰ ਤਾਂ ਨਹੀਂ ਹੈ ਕਿ ਇੱਕ ਡਿਪਾਰਟਮੈਂਟ ਆਪਣੇ 'ਚ ਲੱਗਾ ਰਹਿੰਦਾ ਹੈਗਾ। ਸਪੈਸ਼ਲਾਈਜੇਸ਼ਨ ਇੱਕ ਬੰਦੇ ਦੀ ਹੋਗੀ, ਦੂਸਰੇ ਨੂੰ ਕੁਝ ਨਹੀਂ ਪਤਾ। ਇਹ ਚੀਜ਼ਾਂ ਨੂੰ ਬਚਣ ਲਈ
ਆਪਸੀ ਜਿਹੜੇ ਵਿਵਾਦ ਆ ਉਹ ਤੇ ਨਹੀਂ ਪੈਦਾ ਹੋ ਰਹੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਣ ਲਈ ਇਹ ਤੁਹਾਡੇ ਮਨ 'ਚ ਕਲੀਅਰਟੀ ਹੋਣੀ ਚਾਹੀਦੀ। ਬਹੁਤ ਫਾਇਦੇ ਨੇ ਡਿਪਾਰਟਮੈਂਟ ਦੇ, ਮਗਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿੱਥੇ ਕਿਹੜੀ ਕਮੀ ਆ ਸਕਦੀ ਆ। ਤੇ ਪਿਆਰੇ ਬੱਚਿਓ, ਅੱਜ ਅਸੀਂ ਇਹ ਚੈਪਟਰ ਸਮਝਿਆ, ਮੈਨੂੰ ਲੱਗਦਾ ਆ ਤੁਹਾਨੂੰ ਪੂਰੀ ਕਲੈਰਿਟੀ ਹੋ ਗਈ ਹੋਏਗੀ। ਤੇ ਇਸੇ ਤਰ੍ਹਾਂ ਆਪਾਂ ਇਹਨੂੰ ਸਮਝਦੇ ਰਹਿਣਾ ਤੇ ਚੱਲਦੇ ਰਹਿਣਾ। ਜੈ ਹਿੰਦ।